ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਆਪਣੇ ਸਿਲੇਬਸ ਦੇ ਸੈਕਸ਼ਨ ਸੀ ਜੋ ਕਿ ਤੁਸੀਂ ਸਾਹਮਣੇ ਸਕਰੀਨ ਤੇ ਵੇਖ ਰਹੇ ਹੋ। ਇਸ ਸੈਕਸ਼ਨ ਸੀ ਦੇ ਵਿੱਚ ਟੋਟਲ 6 ਸਟੋਰੀਜ਼ ਹਨ। ਦ ਸਕੂਲ ਫॉर ਸਿੰਪਥੀ, ਕਮਿਲੀਅਨ, ਪੋਲੀ, ਦ ਗੋਲਡ ਫਰੇਮ, ਦ ਬਾਰਬਰ ਟ੍ਰੇਡ ਯੂਨੀਅਨ, ਦ ਬੁਲ ਬਨੀਥ ਦ ਅਰਥ। ਪਹਿਲੇ ਦੋ ਚੈਪਟਰਸ ਤੇ ਵੀਡੀਓਜ਼ ਤੁਹਾਨੂੰ ਮੈਂ ਪਹਿਲਾਂ ਭੇਜੇ ਹਨ। ਅੱਜ ਆਪਾਂ ਆਪਣੇ ਤੀਸਰੇ ਚੈਪਟਰ ਜਿਸ ਦਾ ਨਾਮ ਹੈ ਪੋਲੀ, ਉਸ ਸਟੋਰੀ ਨੂੰ ਅਸੀਂ ਰੀਡ ਕਰਾਂਗੇ। ਇਸ ਸਟੋਰੀ ਨੂੰ ਕੇ ਅब्बास ਨੇ ਲਿਖਿਆ ਹੈ। ਕਾफ़ी ही ਇੰਟਰਸਟਿੰਗ ਸਟੋਰੀ ਹੈ। ਇੱਕ ਛੋਟੀ ਜਿਹੀ ਲੜਕੀ ਦੀ ਕਹਾਣੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਸਟੋਰੀ ਨੂੰ ਚੰਗੀ ਤਰ੍ਹਾਂ ਸੁਣੋਗੇ ਅਤੇ ਫਿਰ ਇਸ ਨੂੰ ਸਮਝ ਕੇ ਜੋ ਵੀ ਇਸ ਦੇ ਨਾਲ ਰਿਲੇਟਡ ਕੁਐਸਚਨ ਆਂਸਰਸ ਨੇ ਉਹਨਾਂ ਨੂੰ ਤੁਸੀਂ ਕਵਰ ਕਰੋਗੇ। ਚਲੋ ਆਪਾਂ ਹੁਣ ਇਸ ਸਟੋਰੀ ਨੂੰ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈ ਕਿ ਇਹ ਜਿਹੜੀ ਸਟੋਰੀ ਹੈ ਸਾਡੀ ਤੀਸਰੀ ਸਟੋਰੀ ਹੈ। ਭੋਲੀ, ਇਸ ਦੇ ਰਾਈਟਰ ਹਨ ਕੇ ਅब्बास। ਕੇ ਅब्बास ਸਾਡੇ ਇੰਡੀਆ ਦੇ ਹੀ ਰਾਈਟਰ ਹਨ। ਇਹ ਇੰਡੀਅਨ ਫਿਲਮ ਡਾਇਰੈਕਟਰ ਵੀ ਰਹੇ ਹਨ। ਜੇ ਤੁਸੀਂ ਦੇਖੋ ਲਿਖਿਆ ਹੋਇਆ ਹੈ, ਨਾਵਲਿਸਟ ਹਨ, ਸਕਰੀਨ ਰਾਈਟਰ ਹਨ ਅਤੇ ਜਰਨਲਿਸਟ ਵੀ ਹਨ। ਇਹਨਾਂ ਨੇ ਹਿੰਦੀ, ਉਰਦੂ ਤੇ ਇੰਗਲਿਸ਼ ਲੈਂਗੁਏਜਸ ਦੇ ਵਿੱਚ ਕਾਫੀ ਆਪਣੀਆਂ ਵਰਕਸ ਕੀਤੇ ਹਨ। ਇਹਨਾਂ ਦੀ ਇੱਕ ਫਿਲਮ ਲਿਖੀ ਹੋਈ ਹੈ ਸਾਤ ਹਿੰਦੁਸਤਾਨੀ। ਇਹ ਸਾਤ ਹਿੰਦੁਸਤਾਨੀ 1969 ਦੇ ਵਿੱਚ ਆਈ ਸੀ। ਅਮਿਤਾਭ ਬੱਚਨ ਇਸ ਦੇ ਹੀਰੋ ਸੀਗੇ। ਜਿੱਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਅਮਿਤਾਭ ਬੱਚਨ ਦੀ ਇਹ ਪਹਿਲੀ ਫਿਲਮ ਸੀ। ਤੇ ਉਹ ਜਿਹੜੀ ਫਿਲਮ ਦੀ ਕਹਾਣੀ ਵੀ ਕੇ ਅब्बास ਨੇ ਲਿਖੀ ਹੋਈ ਹੈ। ਤਾਂ ਬਹੁਤ ਹੀ ਜ਼ਿਆਦਾ ਮਸ਼ਹੂਰ ਰਾਈਟਰ ਨੇ ਸਾਡੇ ਇੰਡੀਆ ਦੇ। ਪੋਲੀ ਇਹਨਾਂ ਦਾ ਇੱਕ ਕਹਾਣੀ ਹੈ। ਪੋਲੀ ਇਹਨਾਂ ਦੀ ਕਹਾਣੀ ਹੈ। ਅੱਜ ਜਿਹੜਾ ਇਹ ਪੈਰਾ ਹੈ ਇੱਥੇ ਤੋਂ ਲੈ ਕੇ ਨੀਚੇ ਤੱਕ, ਇਹ ਇਸਦੇ ਪੋਲੀ ਦੇ ਬਾਰੇ ਥੋੜ੍ਹਾ ਜਿਹਾ ਦੱਸਿਆ ਗਿਆ ਹੈ ਕਿ ਇਹ ਕਿਸ ਤਰ੍ਹਾਂ ਦੀ ਕਹਾਣੀ ਹੈ। ਤਾਂ ਪੋਲੀ ਇੱਕ ਲੜਕੀ ਹੈ ਜਿਸ ਨੂੰ ਕਿ ਹਕਲਾਉਣ ਦੀ ਆਦਤ ਹੈ, ਬਿਕੋਜ਼ ਉਹ ਪ੍ਰੋਪਰ ਬੋਲ ਨਹੀਂ ਸਕਦੀ। ਇਸ ਕਰਕੇ ਕੋਈ ਵੀ ਉਸਨੂੰ ਪਸੰਦ ਨਹੀਂ ਕਰਦਾ। ਅਤੇ ਜਿਸ ਤਰ੍ਹਾਂ ਦੇ ਇਹ ਬੱਚੇ ਹੁੰਦੇ ਹਨ, ਇਹਨਾਂ 'ਚ ਇੱਕ ਤਰ੍ਹਾਂ ਦੀ ਮਤਲਬ ਇਨਫੀਰੀਓਰਿਟੀ ਕੰਪਲੈਕਸ ਆ ਜਾਂਦੀ ਹੈ। ਨਾਓ ਵਾਟ ਇਜ਼ ਇਨਫੀਰੀਓਰਿਟੀ ਕੰਪਲੈਕਸ? ਇਨਫੀਰੀਓਰਿਟੀ ਕੰਪਲੈਕਸ ਦਾ ਮਤਲਬ ਹੁੰਦੀ ਹੈ ਹੀਨ ਭਾਵਨਾ। ਤਾਂ ਇਸ ਤਰ੍ਹਾਂ ਦੇ ਬੱਚੇ ਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਪਰੰਤੂ ਉਸ ਲੜਕੀ ਦੀ ਜ਼ਿੰਦਗੀ ਦੇ ਵਿੱਚ ਉਸਦੇ ਇੱਕ ਪ੍ਰਾਇਮਰੀ ਟੀਚਰ ਮਿਲਦੇ ਹਨ। ਪ੍ਰਾਇਮਰੀ ਸਕੂਲ ਦੇ ਟੀਚਰ ਮਿਲਦੇ ਹਨ ਜੋ ਉਸਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਕਰਦੇ ਹਨ, ਉਸ ਨੂੰ ਸਮਝਦੇ ਹਨ ਅਤੇ ਉਹਨਾਂ ਦੀ ਮਦਦ ਦੇ ਨਾਲ ਭੋਲੀ ਜਿਹੜੀ ਹੈ ਉਹ ਆਪਣੀ ਲਾਈਫ ਦੇ ਵਿੱਚ ਕੁਛ ਐਸੇ ਡਿਸੀਜ਼ਨ ਲੈਂਦੀ ਹੈ ਅਤੇ ਜਿਸ ਦੇ ਨਾਲ ਮਤਲਬ ਕਿ ਸਾਨੂੰ ਉਸ ਲੜਕੀ 'ਤੇ ਜਾਂ ਉਸ ਵਰਗੀਆਂ ਲੜਕੀਆਂ 'ਤੇ ਮਾਣ ਹੁੰਦਾ ਹੈ। ਤਾਂ ਜਿਵੇਂ ਜਿਵੇਂ ਅਸੀਂ ਇਸ ਸਟੋਰੀ ਨੂੰ ਪੜ੍ਹਾਂਗੇ ਤਾਂ ਸਾਨੂੰ ਇਸ ਦੇ ਬਾਰੇ ਪਤਾ ਲੱਗੇਗਾ। ਕਹਾਣੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਇੱਕ ਕਰੈਕਟਰ ਦਾ ਨਾਮ ਇੰਟਰੋਡਿਊਸ ਕੀਤਾ ਜਾਂਦਾ ਹੈ ਜਿਸ ਦਾ ਨਾਮ ਹੈ ਸੁਲੇਖਾ। ਨਾਓ ਭੋਲੀ ਹੀ ਸੁਲੇਖਾ ਹੈ। ਪਰ ਸੁਲੇਖਾ ਨੂੰ ਭੋਲੀ ਕਿਉਂ ਕਿਹਾ ਜਾਂਦਾ ਹੈ, ਉਸਦਾ ਆਨਸਰ ਪਹਿਲਾਂ ਹੀ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸ਼ੀ ਵਾਜ਼ ਦਾ ਸਿੰਪਲੇਟਨ। ਨਾਓ ਵਾਟ ਇਜ਼ ਦਾ ਮੀਨਿੰਗ ਆਫ ਸਿੰਪਲੇਟਨ? ਸਿੰਪਲੇਟਨ ਦਾ ਮਤਲਬ ਜਿਵੇਂ ਜਿਵੇਂ ਇੱਕ ਆਪਣੇ ਬੱਚੇ ਹੋਣ ਜਿਨ੍ਹਾਂ ਨੂੰ ਕੁਛ ਪਤਾ ਹੀ ਨਾ ਲੱਗੇ। ਮਤਲਬ ਆਪਾਂ ਆਮ ਭਾਸ਼ਾ ਦੇ ਵਿੱਚ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਬੋਲਾ ਬੋਲਾ ਤਾਂ ਨਹੀਂ ਆਪਾਂ ਕਹਿ ਸਕਦੇ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਸ ਨੂੰ ਕੁਛ ਪਤਾ ਹੀ ਨਹੀਂ ਹੈ, ਮਤਲਬ ਕੁਛ ਜਾਣਦਾ ਹੀ ਨਹੀਂ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ। ਤਾਂ ਦੈਟ ਇਜ਼ ਦਾ ਮੀਨਿੰਗ ਆਫ ਸਿੰਪਲੇਟਨ, ਕਿਉਂਕਿ ਭੋਲੀ ਹੈ, ਭੋਲਾ, ਜਿਸ ਨੂੰ ਕੋਈ ਪਤਾ ਹੀ ਨਹੀਂ ਚੱਲਦਾ ਕਿ ਮੈਂ ਕੀ ਕਰਨਾ ਹੈ, ਕੀ ਡਿਸੀਜ਼ਨ ਲੈਣਾ ਹੈ, ਤਾਂ ਉਸਦਾ ਨਾਮ ਇਸ ਕਰਕੇ ਉਸ ਨੂੰ ਭੋਲੀ ਰੱਖਿਆ ਗਿਆ। ਭੋਲੀ ਜਿਹੜੀ ਹੈ ਇੱਕ ਅਮੀਰ ਪਰਿਵਾਰ ਤੋਂ ਬਿਲੋਂਗ ਕਰਦੀ ਹੈ। ਇਸ ਪਰਿਵਾਰ ਦੇ ਬਾਰੇ ਤੁਹਾਨੂੰ ਸੈਕਿੰਡ ਪੈਰੇ ਦੇ ਵਿੱਚ ਲਿਖਿਆ ਹੈ, ਜਿਵੇਂ ਲਿਖਿਆ ਕਿ ਸ਼ੀ ਵਾਜ਼ ਦਾ 4th ਡਾਟਰ ਆਫ ਨੰਬਰਦਾਰ ਰਾਮ ਲਾਲ। ਤਾਂ ਤੁਹਾਨੂੰ ਇਹ ਛੋਟਾ ਕੁਐਸਚਨ ਆ ਸਕਦਾ ਹੈ ਕਿ ਹੂ ਵਾਜ਼ ਦੀ ਫਾਦਰ ਆਫ ਭੋਲੀ? ਤਾਂ ਇਸ ਦਾ ਆਨਸਰ ਇਹ ਲਿਖਿਆ ਹੋਇਆ ਹੈ ਨੰਬਰਦਾਰ ਰਾਮ ਲਾਲ। ਤਾਂ ਇਸ ਦੀ ਚੌਥੀ ਲੜਕੀ ਹੈ। ਇਸ ਦਾ ਮਤਲਬ ਇਸ ਦੀਆਂ 3 ਭੈਣਾਂ ਨੇ ਅਤੇ ਇਹ 10 ਮੰਥਸ ਓਲਡ ਹੈ। ਅਤੇ ਜਦੋਂ ਇਹ 10 ਮੰਥਸ ਓਲਡ 10 ਮਹੀਨਿਆਂ ਦੀ ਸੀ ਤਾਂ ਇਹ ਆਪਣੇ ਸੋਏ ਹੋਏ ਜਾਂ ਸੁੱਤੀ ਹੋਈ ਸੀ ਤਾਂ ਇਹ ਆਪਣੀ ਮੰਜੇ ਤੋਂ ਗਿਰ ਗਈ। ਨਾ ਇੱਕ ਵਰਡ ਆਇਆ ਹੈ ਕੋਟ। ਕੋਟ ਮੰਜੇ ਨੂੰ ਕਿਹਾ ਜਾਂਦਾ ਹੈ ਕਿ ਸਿਰ ਭਾਰ ਇਹ ਥੱਲੇ ਗਿਰ ਗਈ, ਜਿਸ ਦੇ ਕਰਕੇ ਇਸ ਦੇ ਬ੍ਰੇਨ ਦਾ ਕੁਛ ਹਿੱਸਾ ਡੈਮੇਜ ਹੋ ਗਿਆ। ਲਿਖਿਆ ਹੋਇਆ ਸਮ ਪਾਰਟ ਆਫ ਆਰ ਬ੍ਰੇਨ, ਕੁਛ ਹਿੱਸਾ ਉਸਦਾ ਡੈਮੇਜ ਹੋ ਗਿਆ, ਖਰਾਬ ਹੋ ਗਿਆ, ਜਿਸ ਕਰਕੇ ਦਿਮਾਗ 'ਤੇ ਕਿਉਂਕਿ ਸੱਟ ਲੱਗੀ ਤਾਂ ਇਸ ਕਰਕੇ ਹੁਣ ਇਸ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਕਰਨਾ ਕੀ ਹੈ ਜਾਂ ਕਹਿਣਾ ਕੀ ਹੈ। ਐਂਡ ਸ਼ੀ ਰਿਮੇਨਡ ਅ ਬੈਕਵਰਡ ਚਾਈਲਡ। ਇਹ ਇੱਕ ਬੈਕਵਰਡ ਚਾਈਲਡ ਬਣ ਗਈ। ਨਾ ਵਾਟ ਇਜ਼ ਦਾ ਮੀਨਿੰਗ ਆਫ ਬੈਕਵਰਡ ਚਾਈਲਡ? ਇਸ ਨੂੰ ਅਸੀਂ ਪੰਜਾਬੀ 'ਚ ਕਹਿ ਸਕਦੇ ਹਾਂ ਪਛੜਿਆ ਹੋਇਆ ਬੱਚਾ। ਨਾ ਪਛੜਿਆ ਹੋਇਆ ਬੱਚਾ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਕਨੋਮਿਕਲੀ ਵੀਕ ਹੈ ਜਾਂ ਗਰੀਬ ਹੈ, ਨਹੀਂ, ਇਹ ਨਹੀਂ ਹੁੰਦਾ।
ਬੈਕਵਰਡ ਚਾਈਲਡ ਦਾ ਮਤਲਬ ਕਿ ਉਹ ਆਮ ਬੱਚਿਆਂ ਦੀ ਤਰ੍ਹਾਂ ਡਿਸੀਜ਼ਨ ਨਹੀਂ ਲੈ ਸਕਦਾ ਜਾਂ ਪੜ੍ਹ ਲਿਖ ਨਹੀਂ ਸਕਦਾ, ਇਸੇ ਕਰਕੇ ਭੋਲੀ ਦਾ ਨਾਮ ਸਿੰਪਲੇਟਨ ਪੈ ਗਿਆ। ਭੋਲੀ ਸਿੰਪਲੇਟਨ ਮਤਲਬ ਉਸਦਾ ਨਾਮ ਹੀ ਪੈ ਗਿਆ। ਅੱਛਾ, ਇੱਕ ਗੱਲ ਹੋਰ ਹੈ, ਦੇਖੋ ਇਹ ਲੜਕੀ ਜਦੋਂ ਪੈਦਾ ਹੋਈ ਹੈ, ਐਟ ਬਰਥ ਸ਼ੀ ਵਾਜ਼ ਵੈਰੀ ਫੇਅਰ ਐਂਡ ਪ੍ਰੈਟੀ। ਉਹ ਬਹੁਤ ਹੀ ਖੂਬਸੂਰਤ ਸੀ, ਬਹੁਤ ਹੀ ਗੋਰੀ ਸੀ। ਫੇਅਰ ਦਾ ਮਤਲਬ ਜਿਸ ਦਾ ਰੰਗ ਗੋਰਾ ਹੋਵੇ। ਲੇਕਿਨ ਜਦੋਂ 2 ਸਾਲ ਦੀ ਹੋਈ, ਵੈਨ ਸ਼ੀ ਵਾਜ਼ 2 years old, ਸ਼ੀ ਹੈਡ ਐਨ ਅਟੈਕ ਆਫ ਸਮਾਲ ਪੋਕਸ। ਸਮਾਲ ਪੋਕਸ ਜਿਸ ਨੂੰ ਅਸੀਂ ਚੇਚਕ ਕਹਿ ਦਿੰਦੇ ਹਾਂ, ਮਾਤਾ ਕਹਿ ਦਿੰਦੇ ਹਾਂ, ਤਾਂ ਉਸ ਨੂੰ 2 ਸਾਲ ਦੀ ਨੂੰ ਸਮਾਲ ਪੋਕਸ ਹੋ ਗਿਆ। ਸਿਰਫ ਉਸ ਦੀਆਂ ਆਈਜ਼ ਹੀ ਸੇਵ ਹੋਈਆਂ, ਓਨਲੀ ਦ ਆਈਜ਼ ਵਰ ਸੇਵਡ, ਬਟ ਦ ਇੰਟਾਇਰ ਬੋਡੀ ਵਾਜ਼ ਪਰਮਾਨੈਂਟਲੀ ਡਿਸਫਿਗਰਡ ਬਾਈ ਡੀਪ ਬਲੈਕ ਪੋਕ ਮਾਰਕਸ। ਡੀਪ ਬਲੈਕ ਪੋਕ ਮਾਰਕਸ ਦਾ ਮਤਲਬ ਹੁੰਦਾ ਹੈ ਡੂੰਘੇ ਕਾਲੇ ਨਿਸ਼ਾਨ। ਜਿਸ ਤਰ੍ਹਾਂ ਕਿਸ ਦੇ ਚਿਹਰੇ ਤੇ ਮਤਲਬ ਜਿਵੇਂ ਕਈ ਬੱਚਿਆਂ ਦੇ ਜਦੋਂ ਯੰਗ ਹੋ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਤਿਲ ਆ ਜਾਂਦੇ ਨੇ, ਤਾਂ ਉਸਦੇ ਕਰਕੇ ਕੁਝ ਉਸ ਦੇ ਨਾ ਪੋਕ ਮਾਰਕਸ ਪੈ ਜਾਂਦੇ ਨੇ। ਐਂ ਲੱਗਦਾ ਹੁੰਦਾ ਜਿਵੇਂ ਕਿਸੇ ਚੀਜ਼ ਨੂੰ ਖੁਬਾ ਕੇ, ਪੋਕ ਦਾ ਮਤਲਬ ਜਦ ਆਪਾਂ ਕੋਈ ਨੁਕੀਲੀ ਚੀਜ਼ ਕਿਸੇ 'ਚ ਖੁਬਾਉਂਦੇ ਹਾਂ ਤਾਂ ਉਸ ਨੂੰ ਪੋਕ ਕਹਿੰਦੇ ਆ। ਤਾਂ ਇਸ ਤਰ੍ਹਾਂ ਦੇ ਉਹਦੇ ਨਿਸ਼ਾਨ ਸਾਰੀ ਬੋਡੀ ਤੇ ਪੈ ਗਏ। ਤਾਂ ਦੇਖੋ, ਇੱਕ ਤਾਂ ਇਹ ਉਹਦੇ ਨਾਲ ਇਹ ਕਰੋਪੀ ਹੋਈ ਜਦੋਂ 2 ਸਾਲ ਦੀ ਸੀ। ਦੂਸਰਾ ਇਹ ਸੀ ਕਿ ਉਹ ਮੰਜੇ ਤੋਂ ਗਿਰ ਗਈ ਜਦੋਂ ਸਿਰਫ 10 ਮਹੀਨੇ ਦੀ ਸੀ, ਤੇ ਇਸ ਕਰਕੇ ਸ਼ੀ ਕੁਡ ਨੋਟ ਸਪੀਕ ਵੈਲ ਟਿਲ ਸ਼ੀ ਵਾਜ਼ 5। 5 ਸਾਲਾਂ ਤੱਕ ਤਾਂ ਕੁਝ ਬੋਲ ਹੀ ਨਹੀਂ ਸਕੀ। ਤੇ ਜੇ ਬੋਲਦੀ ਸੀ, ਸ਼ੀ ਸਟੈਮਰਡ। ਸਟੈਮਰਡ ਦਾ ਮਤਲਬ ਹੁੰਦਾ ਹੈ ਕਿ ਉਹ ਲੜਖੜਾ ਕੇ ਬੋਲਦੀ ਸੀ, ਹਕਲਾ ਕੇ ਬੋਲਦੀ ਸੀ। ਹੁਣ ਜਿਹੜਾ ਬੱਚਾ ਹਕਲਾਵੇ, ਨੈਚੁਰਲੀ ਉਸਦੇ ਨਾਲ ਦੇ ਬੱਚੇ ਉਸਦਾ ਮਜ਼ਾਕ ਉਡਾਉਂਦੇ ਆ। ਦੀ ਅਦਰ ਚਿਲਡਰਨ ਮੇਡ ਫਨ ਆਫ ਹਰ। ਇੱਥੇ ਇੱਕ ਵਰਡ ਆਇਆ ਹੈ ਮੇਡ ਫਨ ਆਫ। ਮੇਡ ਫਨ ਆਫ, ਇਹ ਵਰਡ ਜਿਹੜਾ ਹੈ ਮੇਡ ਫਨ ਆਫ, ਮੇਕ ਫਨ ਆਫ ਤੋਂ ਬਣਿਆ। ਮੇਕ ਫਨ ਆਫ ਦਾ ਮਤਲਬ ਮਜ਼ਾਕ ਉਡਾਉਣਾ। ਇਦਾਂ ਦੇ ਵਰਡਸ ਤੁਹਾਨੂੰ ਬੇਟਾ ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦੇ ਹੈ ਕਿ ਤੁਸੀਂ ਸੈਂਟੈਂਸ ਬਣਾਓ ਮੇਕ ਫਨ ਆਫ। ਮੇਕ ਫਨ ਆਫ ਦਾ ਮਤਲਬ ਕਿਸ ਦਾ ਮਜ਼ਾਕ ਉਡਾਉਣਾ। ਤਾਂ ਇਸ ਕਰਕੇ ਉਹ ਬਹੁਤ ਘੱਟ ਬੋਲਦੀ ਸੀ, ਕਿਉਂਕਿ ਜਦ ਵੀ ਬੋਲਦੀ ਸੀ ਕੋਈ ਨਾ ਕੋਈ ਉਸ ਤੇ ਹੱਸਦਾ ਸੀ। ਤਾਂ ਇਸ ਪੂਰੇ ਪੈਰੇ ਦੇ ਵਿੱਚ ਇਹ ਲਿਖਿਆ ਹੋਇਆ। ਤਾਂ ਰਾਮ ਲਾਲ ਦੇ ਹੁਣ ਇੱਥੇ ਫੈਮਿਲੀ ਬਾਰੇ ਦੱਸਿਆ ਗਿਆ ਕਿ ਰਾਮ ਲਾਲ ਦੇ ਟੋਟਲ 7 ਚਿਲਡਰਨ ਸੀਗੇ, ਜਿਹਦੇ ਚੋਂ 3 ਬੱਚੇ ਸੀਗੇ, 3 ਲੜਕੇ ਤੇ 4 ਲੜਕੀਆਂ। ਮੈਂ ਪਹਿਲਾਂ ਹੀ ਦੱਸਤਾ ਕਿ ਭੋਲੀ ਸਭ ਤੋਂ ਛੋਟੀ ਸੀ। ਯੰਗੈਸਟ ਆਫ them ਵਾਸ ਭੋਲੀ। ਤੇ ਰਾਮ ਲਾਲ ਕੋਈ ਗਰੀਬ ਨਹੀਂ ਸੀ, ਉਹ ਨੰਬਰਦਾਰ ਸੀ। ਹੀ ਵਾਜ਼ ਅ ਪ੍ਰੋਸਪਰਸ ਫਾਰਮਰ। ਮਤਲਬ ਪ੍ਰੋਸਪਰਸ ਦਾ ਮਤਲਬ ਖੁਸ਼ਹਾਲ, ਵੀ ਜਿਸ ਨੂੰ ਕਾਫੀ ਜ਼ਿਆਦਾ, ਜਿਸ ਕੋਲ ਪੈਸੇ ਹੋਣ ਤੇ ਉਹਦੇ ਕੋਲੇ ਕਾਫੀ ਕੁਛ ਘਰ-ਬਾਰ ਉਹਦਾ ਕਾਫੀ ਵੱਡਾ ਸੀਗਾ। ਤੇ ਹੁਣ ਭੋਲੀ ਤੋਂ ਬਗੈਰ ਬਾਕੀ ਸਾਰੇ ਬੱਚੇ ਬਹੁਤ ਹੀ ਹੈਲਦੀ ਤੇ ਸਟਰੋਂਗ ਸੀਗੇ। ਦੇ ਵਰ ਹੈਲਦੀ ਐਂਡ ਸਟਰੋਂਗ, ਸਿਰਫ ਭੋਲੀ ਨੂੰ ਛੱਡ ਕੇ। ਤੇ ਈਵਨ ਕਿ ਜਿਹੜੇ ਉਹਦੇ ਬੱਚੇ ਸੀ ਉਹਨਾਂ ਨੂੰ ਸਕੂਲ 'ਚ ਵੀ ਭੇਜਿਆ ਗਿਆ, ਬਾਅਦ ਚੋਂ ਕਾਲਜ ਵੀ ਗਏ। ਜਿਹੜੇ ਉਹਦੇ ਲੜਕੇ ਸੀਗੇ, ਦੇਖੋ ਲੜਕਿਆਂ ਨੂੰ ਉਹਨਾਂ ਨੇ ਪੜ੍ਹਨ ਲਈ ਸਕੂਲ ਵੀ ਭੇਜਿਆ, ਕਾਲਜ ਵੀ ਭੇਜਿਆ, ਤੇ ਕੁੜੀਆਂ ਨੂੰ ਨਹੀਂ ਪੜ੍ਹਾਇਆ। ਜਿਹੜੀ ਸਭ ਤੋਂ ਵੱਡੀ ਲੜਕੀ ਸੀ ਜੀ, ਉਹ ਰਾਧਾ ਦਾ ਐਲਡੈਸਟ, ਉਸਦਾ ਵਿਆਹ ਹੋ ਚੁੱਕਿਆ ਸੀ। ਉਸਦੀ ਦੂਸਰੀ ਲੜਕੀ ਮੰਗਲਾ, ਉਹਦੀ ਮੈਰਿਜ ਵੀ ਸੈਟਲ ਹੋ ਚੁੱਕੀ ਸੀ। ਤੇ ਉਸ ਤੋਂ ਬਾਅਦ ਉਸਦੀ ਤੀਸਰੀ ਲੜਕੀ ਚੰਪਾ। ਹੁਣ ਇਹ ਤਿੰਨਾਂ ਦੇ ਨਾਮ ਤੁਹਾਨੂੰ ਬੇਟਾ ਯਾਦ ਕਰਨੇ ਪੈਣਗੇ, ਬਿਕੋਜ਼ ਇਹ ਬੱਚੇ ਇਹ ਕੁਐਸਚਨ 'ਚ ਪੇਪਰਾਂ 'ਚ ਆ ਜਾਂਦੇ ਨੇ ਕਿ ਉਸਦੀ ਬਾਕੀ ਲੜਕਿਆਂ ਦੇ ਕੀ ਨਾਮ ਸੀ। ਤਾਂ ਰਾਧਾ, ਉਸ ਤੋਂ ਪਹਿਲਾਂ ਲੜਕੀ ਦਾ ਨਾਮ ਆਇਆ ਮੰਗਲਾ, ਤੇ ਤੀਸਰੀ ਲੜਕੀ ਹੈ ਚੰਪਾ, ਤੇ ਚੌਥੀ ਕੌਣ ਹੈ ਜੀ? ਭੋਲੀ। ਤੇ ਉਹਦੇ ਲਈ ਵੀ ਉਹ ਇੱਕ ਅੱਛਾ ਵਰ ਦੇਖ ਰਹੇ ਸੀਗੇ। ਤੇ ਤਿੰਨਾਂ ਲੜਕੀਆਂ ਦੀ ਰਾਮ ਲਾਲ ਨੂੰ ਕੋਈ ਚਿੰਤਾ ਨਹੀਂ ਹੈ। ਰਾਮ ਲਾਲ ਵਾਜ਼ ਵਰੀਡ ਅਬਾਊਟ ਭੋਲੀ। ਰਾਮ ਲਾਲ ਨੂੰ ਜੇ ਚਿੰਤਾ ਲੱਗੀ ਹੋਈ ਸੀ, ਵਰੀ ਦਾ ਮਤਲਬ ਹੁੰਦਾ ਚਿੰਤਾ ਕਰਨੀ, ਉਹ ਭੋਲੀ ਦੀ ਸੀ। ਕਾਰਨ ਸਿੰਪਲ ਸੀ, ਸ਼ੀ ਹੈਡ ਨੀਦਰ ਗੁੱਡ ਲੁਕਸ ਨੋਰ ਇੰਟੈਲੀਜੈਂਸ। ਇਹ ਲਾਈਨ ਬੜੀ ਇੰਪੋਰਟੈਂਟ ਹੈ ਪੇਪਰ 'ਚ, ਕਿ ਰਾਮ ਲਾਲ, ਇਹ ਕੁਐਸਚਨ ਵੀ ਆਏਗਾ ਤੁਹਾਨੂੰ ਕਿ ਰਾਮ ਲਾਲ ਨੂੰ ਭੋਲੀ ਦੀ ਚਿੰਤਾ ਕਿਉਂ ਸੀ। ਨਾ ਤਾਂ ਉਹਦੀ ਦੇਖਣ 'ਚ ਸੋਹਣੀ ਸੀਗੀ, ਬਿਕੋਜ਼ ਉਹ ਪੋਕ ਮਾਰਕਸ ਨਾਲ ਅਸੀਂ ਪੜ੍ਹੇ ਹਾਂ ਉਹਦਾ ਚਿਹਰਾ ਸਾਰਾ ਹੀ ਖਰਾਬ ਹੋ ਗਿਆ ਸੀ। ਨਾ ਹੀ ਇੰਟੈਲੀਜੈਂਟ ਸੀ, ਬਿਕੋਜ਼ ਉਹਦਾ ਜਿਹੜੀ ਬ੍ਰੇਨ ਤੇ ਇੰਜਰੀ ਹੋਈ ਹੈ। ਤਾਂ ਨਾ ਤਾਂ ਉਹ ਖੂਬਸੂਰਤ ਸੀ, ਨਾ ਹੀ ਉਹ ਇੰਟੈਲੀਜੈਂਟ ਸੀ। ਅਗਲੇ ਪੈਰੇ ਦੇ ਵਿੱਚ ਦੱਸਿਆ ਗਿਆ ਕਿ ਭੋਲੀ ਜਦੋਂ 7 ਸਾਲ ਦੀ ਸੀ ਤਾਂ ਮੰਗਲਾ ਦਾ ਵਿਆਹ ਹੋ ਗਿਆ। ਤਾਂ ਉਸੇ ਸਾਲ ਸਕੂਲ, ਇੱਕ ਉਹਨਾਂ ਦੇ ਪਿੰਡ ਦੇ ਵਿੱਚ ਸਕੂਲ ਖੁੱਲਿਆ, ਪ੍ਰਾਇਮਰੀ ਸਕੂਲ, ਓਨਲੀ ਫॉर द गर्ल्स। ਇੱਥੇ ਲਿਖਿਆ ਪ੍ਰਾਇਮਰੀ ਸਕੂਲ ਫॉर गर्ल्स। ਉਸ ਸਕੂਲ ਦਾ ਉਦਘਾਟਨ ਕਰਨ ਕੌਣ ਆਇਆ ਜੀ? ਤਹਿਸੀਲਦਾਰ ਸਾਹਿਬ। ਤਹਿਸੀਲਦਾਰ ਸਾਹਿਬ ਆਏ, ਤੇ ਉਹਨਾਂ ਨੇ ਜਦੋਂ ਤਹਿਸੀਲਦਾਰ ਸਾਹਿਬ ਆਏ ਤਾਂ ਉਹਨਾਂ ਨੇ ਰਾਮ ਲਾਲ ਨੂੰ ਕਿਹਾ ਕਿ ਦੇਖ ਵੀ ਤੂੰ ਜਿਹੜਾ ਇਸ ਪਿੰਡ ਦਾ ਨੰਬਰਦਾਰ ਹੈ, ਰੈਵਨਿਊ ਆਫੀਸ਼ੀਅਲ। ਨਾਓ ਵਾਟ ਇਜ਼ ਦ ਮੀਨਿੰਗ ਆਫ ਰੈਵਨਿਊ ਆਫੀਸ਼ੀਅਲ? ਰੈਵਨਿਊ ਦਾ ਮਤਲਬ ਆਮਦਨ, ਆਫੀਸ਼ੀਅਲ ਕੋਈ ਆਫਿਸ ਜੋ ਸਰਕਾਰੀ ਆਫਿਸ 'ਚ ਹੋਵੇ। ਵੀ ਦੇਖੋ ਤੂੰ ਇੱਕ ਐਗਜ਼ਾਮਪਲ ਸੈੱਟ ਕਰ ਪਿੰਡ ਲਈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੁੜੀਆਂ ਨੂੰ ਪੜ੍ਹਾਇਆ ਨਹੀਂ ਸੀ ਜਾਂਦਾ। ਤਾਂ ਤੂੰ ਆਪਣੀ ਲੜਕੀ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਾ। ਜੇ ਤੂੰ ਕਰਾਏਗਾ
ਤਾਂ ਬਾਕੀ ਜਿਹੜੇ ਪਿੰਡ ਦੇ ਬਾਕੀ ਜਿਹੜੇ ਹੋਰ ਪਰਿਵਾਰ ਨੇ ਉਹ ਵੀ ਬੱਚਿਆਂ ਨੂੰ ਕੁੜੀਆਂ ਨੂੰ ਲੈ ਕੇ ਆਉਣਗੇ। ਤਾਂ ਤੂੰ ਇੱਕ ਐਗਜ਼ਾਮਪਲ ਸੈੱਟ ਕਰ। ਹੁਣ ਰਾਮ ਲਾਲ ਨੇ ਆਪਣੀ ਕਿਸੇ ਲੜਕੀ ਨੂੰ ਦੇਖੋ ਪੜ੍ਹਾਇਆ ਨਹੀਂ ਸੀ, ਤਾਂ ਉਹਨੇ ਆਪਣੇ ਜਾ ਕੇ ਆਪਣੀ ਵਾਈਫ ਨੂੰ ਪੁੱਛਿਆ ਤੇ ਵੀ ਆਪਾਂ ਆਪਣੀ ਕਿਸੇ ਲੜਕੀ ਨੂੰ ਸਕੂਲ 'ਚ ਭੇਜ ਦਈਏ। ਤਾਂ ਉਹਦੀ ਵਾਈਫ ਬੋਲਦੀ ਹੈ, ਆਰ ਯੂ ਕ੍ਰੇਜ਼ੀ, ਇਫ ਗਰਲਸ ਗੋ ਟੂ ਸਕੂਲ ਹੂ ਵਿਲ ਮੈਰੀ them। ਨਾ ਇੱਕ ਵਰਡ ਆਇਆ ਜਿਹੜਾ ਅੱਜ ਕੱਲ੍ਹ ਬੜਾ ਚੱਲਦਾ ਹੈ, ਤੁਹਾਡੇ ਗਾਣਿਆਂ 'ਚ ਵੀ ਚੱਲਦਾ ਹੈ, ਕ੍ਰੇਜ਼ੀ। ਕ੍ਰੇਜ਼ੀ ਦਾ ਮਤਲਬ ਹੁੰਦਾ ਹੈ ਪਾਗਲ। ਕ੍ਰੇਜ਼ੀ ਕਿਸੇ ਚੀਜ਼ ਦੇ ਪ੍ਰਤੀ ਅਸੀਂ ਕ੍ਰੇਜ਼ੀ ਹੋ ਜਾਈਏ, ਮਤਲਬ ਕਰੇਜ਼ ਚੜ੍ਹ ਜਾਵੇ ਅੱਜ ਕੱਲ੍ਹ ਕਿਸੇ ਬੱਚੇ ਨੂੰ, ਕੋਈ ਕਿਸੇ ਤਰ੍ਹਾਂ ਦਾ ਫੈਸ਼ਨ ਦਾ ਜਾਂ ਕੋਈ ਹੋਰ ਗਾਣੇ ਗਾਉਣ ਦਾ, ਜਾਂ ਤਾਂ ਉੱਥੋਂ ਬਣਿਆ ਜੀ ਵਰਡ ਕ੍ਰੇਜ਼ੀ। ਤਾਂ ਹੁਣ ਉਹ ਵਾਈਫ ਕਹਿ ਰਹੀ ਹੈ ਤੂੰ ਕ੍ਰੇਜ਼ੀ ਹੋ ਗਿਆ। ਤਾਂ ਰਾਮ ਲਾਲ ਹੁਣ ਫਸ ਗਿਆ। ਵਾਈਫ ਜਿਹੜੀ ਕਹਿ ਰਹੀ ਹੈ ਕਿ ਆਪਾਂ ਕਿਸੇ ਕੁੜੀ ਨੂੰ ਸਕੂਲ ਨਹੀਂ ਭੇਜਣਾ, ਪਰ ਰਾਮ ਲਾਲ 'ਚ ਇੰਨਾ ਹੌਸਲਾ ਨਹੀਂ ਸੀ। ਹੀ ਹੈਡ ਨੋਟ ਦਾ ਕਰੇਜ਼ ਟੂ ਡਿਸਓਬੇ ਦਾ ਤਹਿਸੀਲਦਾਰ, ਕਿ ਉਹ ਤਹਿਸੀਲਦਾਰ ਨੂੰ ਡਿਸਓਬੇ ਕਰਦੇ। ਡਿਸਓਬੇ ਦਾ ਮਤਲਬ ਹੁੰਦਾ ਜੀ ਕਿ ਕਹਿਣਾ ਨਾ ਮੰਨਣਾ। ਉਹਦਾ ਦੇਖੋ ਅਫਸਰ ਹੈ, ਉਹ ਅਫਸਰ ਨੂੰ ਕਿਵੇਂ ਮਨਾ ਕਰ ਸਕਦਾ। ਫਿਰ ਉਹ ਇੱਕ ਤਰਕੀਬ ਲੱਭਦਾ, ਕਹਿੰਦਾ ਵੀ ਚੱਲ ਵੀ ਆਪਾਂ ਭੋਲੀ ਨੂੰ ਸਕੂਲ ਭੇਜ ਦਿੰਦੇ ਹਾਂ, ਵੀ ਬਾਕੀ 3 ਕੁੜੀਆਂ ਦੇ ਤਾਂ ਵਿਆਹ ਆਪਾਂ ਕਰ ਹੀ ਦੇਵਾਂਗੇ, ਭੋਲੀ ਦਾ ਪਤਾ ਨਹੀਂ ਵਿਆਹ ਹੋਣਾ ਨਹੀਂ ਹੋਣਾ, ਠੀਕ ਹੈ। ਆਪਾਂ ਉਹਨੂੰ ਸਕੂਲ ਭੇਜ ਦਿੰਦੇ ਹਾਂ, ਮੇਰੀ ਵੀ ਗੱਲ ਰਹਿ ਜੂਗੀ ਤੇ ਤੇਰੀ ਵੀ ਗੱਲ ਰਹਿ ਜੂਗੀ। ਕਹਿੰਦੇ ਨਾਲੇ ਭੋਲੀ ਜਿਹੜੀ ਹੈ ਉਹ 6 ਘੰਟੇ ਸਕੂਲ 'ਚ ਰਿਹਾ ਕਰੂਗੀ। ਆ ਦੇਖੋ ਲਾਸਟ ਲਾਈਨ ਲਿਖੋ, ਲੈਟ ਦਾ ਟੀਚਰਸ ਐਟ ਸਕੂਲ ਵਰੀਡ ਅਬਾਊਟ ਹਰ। ਕਹਿੰਦੇ ਟੀਚਰਸ ਨੂੰ ਚਿੰਤਾ ਕਰਨ ਦੋ, ਆਪਾਂ ਕਾਹਤੋਂ ਚਿੰਤਾ ਕਰਦੇ ਭੋਲੀ ਦੀ। ਟੀਚਰਸ ਦੇਖਣ ਭੋਲੀ ਨੂੰ ਸਾਂਭਣ, ਸਾਨੂੰ ਕੀ ਲੋੜ ਪਈ ਹੈ। ਅਸੀਂ 6 ਘੰਟੇ ਦਾ ਸੁੱਖ ਦਾ ਸਾਹ ਲਵਾਂਗੇ ਜਦੋਂ ਭੋਲੀ ਜਾਊਗੀ। ਦੇਖੋ ਵੀ ਬੱਚਿਓ, ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ ਭੋਲੀ ਦੇ ਅਸਲੀ ਮਾਂ ਬਾਪ ਹੈ ਉਹ ਕੋਈ ਮਤਰੇਏ ਮਾਂ ਬਾਪ ਨਹੀਂ ਹੈਗੇ। ਦੇ ਆਰ ਦਾ ਰੀਅਲ ਫਾਦਰ ਐਂਡ ਮਦਰ ਆਫ ਭੋਲੀ। ਉਹ ਦੇਖੋ ਆਪਣੀ ਜਿਹੜੀ ਸਗੀ ਲੜਕੀ ਦੇ ਲਈ ਇਹ ਵਿਚਾਰ ਰੱਖਦੇ ਆ। ਇਹ ਜਿਹੜੀ ਕਹਾਣੀ ਹੈ ਨਾ, ਇਹ ਸਾਡੇ ਪੰਜਾਬ ਦੇ ਪੇਰੈਂਟਸ ਦੇ ਨਾਲ ਬੜੀ ਜੁੜੀ ਹੋਈ ਹੈ। ਮੇਰੀ ਸਭ ਤੋਂ ਫੇਵਰੇਟ ਕਹਾਣੀ ਹੈ ਪੂਰੇ ਸਿਲੇਬਸ 'ਚ। ਇਸੇ ਕਰਕੇ ਮੈਂ ਕਹਿੰਦਾ ਹੁੰਦਾ ਕਿ ਇਹ ਜਿਹੜੀ ਭੋਲੀ ਹੈ ਨਾ, ਸਾਡੇ ਕਈ ਇਸ ਤਰ੍ਹਾਂ ਦੀਆਂ ਕਈ ਲੜਕੀਆਂ ਸਾਡੇ ਪੰਜਾਬ ਦੇ ਵਿੱਚ ਹੈਗੀਆਂ ਨੇ, ਤੇ ਹਜੇ ਵੀ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੁੰਦਾ। ਚਲੋ ਆਪਾਂ ਅੱਗੇ ਚੱਲਦੇ ਹਾਂ। ਨੈਕਸਟ ਡੇ ਰਾਮ ਲਾਲ ਭੋਲੀ ਨੂੰ ਫੜਦਾ ਉਹਦੇ ਹੱਥ ਤੋਂ ਤੇ ਉਹਨੂੰ ਕਹਿੰਦਾ ਚੱਲ ਮੈਂ ਤੈਨੂੰ ਸਕੂਲ ਲੈ ਕੇ ਚੱਲਾਂ। ਹੁਣ ਭੋਲੀ ਡਰ ਜਾਂਦੀ ਹੈ। ਭੋਲੀ ਵਾਸ ਫਰਾਈਟਨ ਦਾ ਮਤਲਬ ਹੁੰਦਾ ਡਰ ਜਾਣਾ। ਹੁਣ ਉਹਨੂੰ ਪਤਾ ਹੀ ਨਹੀਂ ਕਿ ਸਕੂਲ ਕਿੱਦਾਂ ਦਾ ਹੈ ਜਾਂ ਸਕੂਲ ਕੀ ਬਲਾ ਦਾ ਨਾਮ ਹੈ। ਸ਼ੀ ਡਿਡ ਨੋਟ ਨੋ ਵਾਟ ਆ ਸਕੂਲ ਵਾਜ਼ ਲਾਈਕ। ਤੇ ਉਹਨੂੰ ਇੱਕ ਵਾਰ ਦਾ ਪਤਾ ਹੈ ਕਿ ਮੇਰੇ ਪਿਤਾ ਜੀ ਨਾ, ਜਿਹੜੀ ਸਾਡੀ ਇੱਕ ਘਰ ਦੀ ਗਾਂ ਸੀਗੀ ਓਲਡ ਕਾਓ, ਉਹਦਾ ਨਾਮ ਹੈ ਲక్ష్ਮੀ, ਉਹਨੂੰ ਐਂ ਫੜ ਕੇ ਲੈ ਕੇ ਗਏ ਸੀ ਤੇ ਉਸ ਤੋਂ ਬਾਅਦ ਉਹ ਘਰੇ ਮੁੜੀ ਨਹੀਂ ਕਿਉਂਕਿ ਉਹਨੂੰ ਵੇਚ ਦਿੱਤਾ ਗਿਆ। ਸ਼ੀ ਵਾਜ਼ ਸੋਲਡ। ਦੇਖੋ ਹੁਣ ਇੱਕ ਬੱਚਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਰਿਲੇਟ ਕਰ ਰਿਹਾ ਘਟਨਾਵਾਂ ਨੂੰ, ਵੀ ਮੇਰੀ ਸਾਡੇ ਘਰ 'ਚ ਇੱਕ ਗਾਂ ਸੀ ਜਿਹਦਾ ਨਾਂ ਸੀ ਲక్ష్ਮੀ, ਉਹਨੂੰ ਡੈਡੀ ਐਂ ਫੜ ਕੇ ਲੈ ਕੇ ਗਏ ਤੇ ਵਾਪਸ ਨਹੀਂ ਆਈ। ਹੁਣ ਉਹਨੂੰ ਐਂ ਲੱਗਦਾ ਕਿ ਜੇ ਮੈਨੂੰ ਐਂ ਲੈ ਕੇ ਜਾਣਗੇ ਮੈਨੂੰ ਵੀ ਵੇਚ ਦੇਣਗੇ। ਤਾਂ ਹੁਣ ਉਹ ਕਹਿ ਰਹੀ ਹੈ ਨੋ 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 ਨੋ। ਸ਼ੀ ਸ਼ਾਊਟਡ ਇਨ ਟੈਰਰ। ਤੇ ਆਪਣੇ ਫਾਦਰ ਦੇ ਗ੍ਰਿਪ ਤੋਂ, ਫਾਦਰ ਦਾ ਜਿਹੜੀ ਪਕੜ ਹੈ ਉਸ ਨੂੰ ਉਹ ਛੁਡਾਉਣਾ ਚਾਹੁੰਦੀ ਹੈ। ਤਾਂ ਹੁਣ ਉਹ ਦੇਖੋ ਉਹਦਾ ਬਾਪ ਉਹਨੂੰ ਕੀ ਕਹਿ ਰਿਹਾ, ਯੂ ਫੂਲ, ਮੂਰਖ, ਕੀ ਕਰ ਰਹੀ ਹੈ ਤੂੰ, ਵਾਟ ਆਰ ਯੂ ਡੂਇੰਗ, ਵਾਟ ਇਜ਼ ਦਾ ਮੈਟਰ ਵਿਦ ਯੂ। ਹੁਣ ਆਹ ਜਿਹੜੀ ਲਾਈਨ ਹੈ ਨਾ, ਵਾਟ ਇਜ਼ ਦਾ ਮੈਟਰ ਵਿਦ ਯੂ, ਇਹ ਅੱਜ ਕੱਲ੍ਹ ਬੜੀ ਯੂਜ਼ ਹੁੰਦੀ ਹੈ। ਇਹ ਜਿਹੜੇ ਇੰਗਲਿਸ਼ ਬੋਲਦੇ ਆ ਬੱਚੇ, ਇਹ ਕਹਿ ਦਿੰਦੇ ਨੇ। ਆਪਾਂ ਪੰਜਾਬੀ 'ਚ ਬੜੇ ਲਾਈਨ ਯੂਜ਼ ਕਰਦੇ ਹਾਂ, ਕੀ ਹੋ ਗਿਆ ਤੈਨੂੰ, ਕੀ ਹੋ ਗਿਆ, ਆਪਾਂ ਕਹਿੰਦੇ ਨਹੀਂ ਪੰਜਾਬੀ 'ਚ। ਤਾਂ ਉਹਦੀ ਇੰਗਲਿਸ਼ ਕੀ ਹੁੰਦੀ ਹੈ, ਵਾਟ ਇਜ਼ ਦਾ ਮੈਟਰ ਵਿਦ ਯੂ। ਤਾਂ ਮੈਂ ਕਈ ਵਾਰੀ ਆਪਣੇ ਸਟੂਡੈਂਟਸ ਨੂੰ ਕਹਿੰਦਾ ਹੁੰਦਾ ਕਿ ਛੋਟੇ ਛੋਟੇ ਸੈਂਟੈਂਸਿਸ ਆ ਜਿਹੜੇ ਤੁਸੀਂ ਯਾਦ ਰੱਖਿਆ ਕਰੋ, ਇਹਨਾਂ ਨੂੰ ਨੋਟ ਕਰਿਆ ਕਰੋ, ਬਿਕੋਜ਼ ਇਹ ਸੈਂਟੈਂਸਿਸ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਕਹਿੰਦਾ ਮੈਂ ਤੈਨੂੰ ਸਿਰਫ ਸਕੂਲ ਲੈ ਕੇ ਚੱਲੇ ਆ। ਆਪਣੀ ਵਾਈਫ ਨੂੰ ਕਹਿੰਦਾ ਲੈਟ ਹਰ ਵੀਅਰ ਸਮ ਡੀਸੈਂਟ ਕਲੋਥਸ ਟੂਡੇ, ਕਿ ਉਸ ਨੂੰ ਕੋਈ ਚੰਗੇ ਜਿਹੇ ਕੱਪੜੇ ਪਹਿਨਾ ਤਾਂ ਕਿ ਟੀਚਰਸ ਉਸ ਨੂੰ ਦੇਖਣ ਤੇ ਮਤਲਬ ਕਿ ਉਸ ਦੇ ਬਾਰੇ ਵਧੀਆ ਵਿਚਾਰ ਰੱਖਣ। ਤਾਂ ਚਲੋ ਜੀ, ਹੁਣ ਅਗਲਾ ਪੈਰਾ ਦੇਖੋ। ਭੋਲੀ ਨਾਲ ਵਿਚਾਰੀ ਨਾਲ ਕਿੰਨੀਆਂ ਟ੍ਰੈਜਡੀਆਂ ਹੋਈਆਂ। ਕਹਿੰਦੇ ਨਿਊ ਕਲੋਥਸ ਹੈਡ ਨੈਵਰ ਬੀਨ ਮੇਡ ਫॉर ਭੋਲੀ। ਭੋਲੀ ਲਈ ਕਦੇ ਵੀ ਨਵੇਂ ਕੱਪੜੇ ਨਹੀਂ ਬਣੇ। ਹਮੇਸ਼ਾ ਉਸ ਦੀਆਂ ਸਿਸਟਰਸ ਦੀਆਂ ਜਿਹੜੀਆਂ ਡਰੈਸਿਸ ਸੀ ਉਹਨੂੰ ਪਾਸ ਹੋ ਜਾਂਦੀਆਂ ਸੀ। ਅਕਸਰ ਹੁੰਦਾ ਵੱਡੀਆਂ ਭੈਣਾਂ ਦੇ ਕੱਪੜੇ ਛੋਟੀਆਂ ਭੈਣਾਂ ਨੂੰ ਮਿਲ ਜਾਂਦੇ ਨੇ, ਵੱਡੇ ਭਰਾਵਾਂ ਦੇ ਕੱਪੜੇ ਛੋਟੇ ਭਰਾਵਾਂ ਨੂੰ ਮਿਲ ਜਾਂਦੇ ਨੇ। ਅੱਛਾ, ਕਿਸੇ ਨੇ ਵੀ ਭੋਲੀ ਦੇ ਕੱਪੜੇ ਕਦੇ ਵੀ ਧੋਤੇ ਨਹੀਂ, ਕਦੇ ਵੀ ਠੀਕ ਨਹੀਂ ਕਰੇ, ਕਦੇ ਵੀ ਨਹੀਂ। ਪਰ ਅੱਜ ਉਹਦਾ ਇੱਕ ਲੱਕੀ ਡੇ ਹੈ, ਬਟ ਟੂਡੇ ਸ਼ੀ ਵਾਜ਼ ਲੱਕੀ ਕਿਉਂਕਿ ਉਸਨੂੰ ਇੱਕ ਵਧੀਆ ਡਰੈਸ ਮਿਲੀ। ਉਹ ਡਰੈਸ ਕਿਹਦੀ ਸੀ ਜੀ, ਚੰਪਾ ਦੀ। ਚੰਪਾ ਜੋ ਉਸਦੀ ਵੱਡੀ ਭੈਣ ਹੈ, ਉਸ ਨੂੰ ਈਵਨ ਨਹਿਲਾਇਆ ਵੀ ਗਿਆ। ਸ਼ੀ ਵਾਜ਼ ਈਵਨ ਬੇਥਡ। ਨਾਓ ਬੇਥਡ ਦਾ ਇੱਥੇ ਮਤਲਬ ਹੈ ਨਹਿਲਾਉਣਾ। ਦੇਖੋ ਆਪਾਂ ਇੱਕ ਬਾਥ ਸ਼ਬਦ ਹੈ, ਇੱਕ ਬੇਦ ਸ਼ਬਦ ਹੈ, ਦੋਨਾਂ 'ਚ ਫਰਕ ਹੈ।
ਜਿਹੜਾ ਬਾਥ ਹੈ ਨਾ, BATH, ਇਹ ਨਾਊਨ ਹੈ, ਲੇਕਿਨ ਜਿਹੜਾ BATHE ਹੈ, ਇਹਦੇ ਪਿੱਛੇ ਆਪਾਂ ਜੇ ਈ ਪਾ ਦਈਏ, ਇਹ ਬੇਦ ਬਣ ਜਾਂਦਾ ਨਾ। ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ ਬੋਲਣ 'ਚ, ਕਿਉਂਕਿ ਬੇਦ ਇਜ਼ ਅ ਵਰਬ, ਉਹਦੇ ਪਿੱਛੇ ਡੀ ਲੱਗਿਆ ਉਹਦਾ, ਬੇਦ। ਤਾਂ ਅਸੀਂ ਬਾਥ ਤੇ ਬੇਦ ਦੇ ਵਿੱਚ ਫਰਕ ਜਾਣ ਚੁੱਕੇ ਹਾਂ। ਤਾਂ ਚਲੋ ਉਸ ਨੂੰ ਨਹਿਲਾਇਆ ਜਾਂਦਾ ਹੈ। ਐਂਡ ਦੇਖੋ, oil was rubbed into her dry and matted hair. Now what is the meaning of matted hair? Matted hair ਦਾ ਮਤਲਬ ਉਲਝੇ ਹੋਏ ਵਾਲ। ਤਾਂ ਉਸਦੇ ਵਾਲਾਂ ਨੂੰ ਸੁਲਝਾਇਆ ਜਾਂਦਾ ਹੈ, ਤੇਲ ਵਗੈਰਾ ਲਾਇਆ ਜਾਂਦਾ ਉਸਦੇ ਵਾਲਾਂ 'ਚ। ਤੇ ਹੁਣ ਉਸ ਨੂੰ ਇਹ ਲੱਗਿਆ ਕਿ ਹੁਣ ਉਹ ਕਿਸੇ ਵਧੀਆ ਜਗ੍ਹਾ ਜਾ ਰਹੀ ਹੈ, ਬਿਕੋਜ਼ ਸ਼ੀ ਵਾਜ਼ ਵੈਲ ਡਰੈਸਡ ਨਾਓ। ਤਾਂ ਉਹ ਉਸਨੂੰ ਕਿਸੇ ਵਧੀਆ ਜਗ੍ਹਾ ਤੇ ਲੈ ਕੇ ਜਾ ਰਿਹਾ ਹੈ, ਵਿਚ ਇਜ਼ ਬੈਟਰ ਦੈਨ ਆਰ ਹੋਮ। ਦੇਖੋ ਇੱਕ ਲਾਈਨ ਹੈ ਇੱਥੇ, ਬੈਟਰ ਦੈਨ ਆਰ ਹੋਮ, ਮਤਲਬ ਕਿ ਤੁਸੀਂ ਇਹ ਗੱਲ ਸਮਝੋ ਕਿ ਉਸਨੂੰ ਘਰੇ ਦੇਖੋ ਪਿਆਰ ਨਹੀਂ ਮਿਲ ਰਿਹਾ, ਜਿਸ ਨੂੰ ਉਹ ਡਿਜ਼ਰਵ ਕਰਦੀ ਹੈ। ਤਾਂ ਉਹ ਬੜੀ ਹੁਣ ਐਕਸਾਈਟਿਡ ਹੈ ਕਿ ਮੈਂ ਸ਼ਾਇਦ ਘਰ ਤੋਂ ਵਧੀਆ ਜਗ੍ਹਾ ਤੇ ਕਿਤੇ ਚੱਲੀ ਹਾਂ। ਚਲੋ ਹੁਣ ਇਹ ਸਕੂਲ ਪਹੁੰਚ ਜਾਂਦੇ ਆ ਜੀ। ਤਾਂ ਚਿਲਡਰਨ ਸਾਰੇ ਕਲਾਸਰੂਮ 'ਚ ਹੁੰਦੇ ਹੈ, ਤੇ ਰਾਮ ਲਾਲ ਹੈਡ ਮਿਸਟਰਸ ਕੋਲ ਜਾਂਦਾ ਹੈ, ਜੋ ਉਸਦੀ ਮੁੱਖ ਅਧਿਆਪਕ ਹੁੰਦੀ ਹੈ ਸਕੂਲ ਦੀ। ਤਾਂ ਬਹੁਤ ਹੀ ਡਰੀ ਹੋਈ ਹੁੰਦੀ ਹੈ, ਫੀਅਰ ਲੈਡਨ ਆਈਜ਼ ਹੁੰਦੀਆਂ, ਕਾਫੀ ਜ਼ਿਆਦਾ ਰੂਮਸ ਹੁੰਦੇ ਨੇ, ਤੇ ਸਾਰੀਆਂ ਲੜਕੀਆਂ ਲਾਈਕ ਹਰ ਸਕੁਐਟਿਡ ਔਨ ਮੈਟਸ। ਸਕੁਐਟਿਡ ਦਾ ਮਤਲਬ ਹੁੰਦਾ ਚੌਂਕੜੀ ਮਾਰ ਕੇ, ਠੀਕ ਹੈ, ਜਦੋਂ ਬੱਚੇ ਚੌਂਕੜੀ ਮਾਰ ਕੇ ਨੀਚੇ ਬੈਠਦੇ ਆ। ਮੈਟਸ ਦਾ ਮਤਲਬ ਤੱਪੜ। ਉਹਨਾਂ ਤੇ ਅੱਜ ਕੱਲ੍ਹ ਤਾਂ ਦੇਖੋ ਸਾਰਿਆਂ ਕੋਲੇ ਬੈਂਚਿਸ ਹੈਗੇ ਆ, ਤੇ ਲੇਕਿਨ ਕੋਈ ਟਾਈਮ ਸੀ ਜਦੋਂ ਤੱਪੜਾਂ ਤੇ ਵੀ ਪੜ੍ਹਾਈ ਹੁੰਦੀ ਸੀ। ਮੈਂ ਖੁਦ ਤੱਪੜਾਂ ਤੇ ਪੜ੍ਹਿਆ ਜੀ ਬੈਠ ਕੇ। ਤਾਂ ਰੀਡਿੰਗ ਫਰੋਮ ਬੁੱਕਸ, ਬੱਚੇ ਪੜ੍ਹ ਰਹੇ ਨੇ, ਤੇ ਉਸ ਤੋਂ ਬਾਅਦ ਸਲੇਟਸ ਤੇ ਲਿਖ ਰਹੇ ਨੇ ਬੱਚੇ, ਜਦੋਂ ਉਹਨਾਂ ਨੂੰ ਦੇਖਦੀ ਹੈ। ਤਾਂ ਹੈਡ ਮਿਸਟਰਸ ਜਿਹੜੀ ਹੈ ਉਸ ਨੂੰ, ਭੋਲੀ ਨੂੰ ਕਹਿੰਦੀ ਹੈ ਤੂੰ ਇੱਕ ਕੋਨੇ ਤੇ ਉਸ ਨੂੰ ਬਿਠਾ ਦਿੰਦੀ ਹੈ, ਟੂ ਸਿਟ ਡਾਊਨ ਇਨ ਅ ਕਾਰਨਰ। ਹੁਣ ਭੋਲੀ ਨੂੰ ਇਹ ਨਹੀਂ ਪਤਾ ਕਿ ਸਕੂਲ ਕੀ ਚੀਜ਼ ਹੈ ਨਾ, ਸ਼ੀ ਡਿਡਨਟ ਨੋ ਕਿ ਵਾਟ ਇਜ਼ ਅ ਸਕੂਲ ਐਂਡ ਕੀ ਹੋਏਗਾ, ਇਹ ਨਹੀਂ ਪਤਾ। ਪਰ ਉਸ ਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੈ, ਸ਼ੀ ਵਾਜ਼ ਗਲੈਡ। ਗਲੈਡ ਦਾ ਮਤਲਬ ਹੁੰਦਾ ਖੁਸ਼ ਹੋਣਾ। ਸ਼ੀ ਇਜ਼ ਵੈਰੀ ਗਲੈਡ, ਸ਼ੀ ਵਾਜ਼ ਵੈਰੀ ਗਲੈਡ ਕਿ ਉਸ ਦੀਆਂ ਹਮ ਉਮਰ ਲੜਕੀਆਂ, ਗਰਲਜ਼ ਆਲਮੋਸਟ ਆਫ ਆਰ ਓਨ ਏਜ, ਉਸ ਦੀਆਂ ਹਮ ਉਮਰ ਲੜਕੀਆਂ ਉੱਥੇ ਹੈਗੀਆਂ ਨੇ। ਤਾਂ ਉਹ ਹੋਪ ਕਰਦੀ ਹੈ। ਦੇਖੋ ਇੱਕ ਬੱਚਾ ਹੈ ਜਦੋਂ ਸਕੂਲ ਜਾਂਦਾ ਹੈ, ਬੜੀਆਂ ਛੋਟੀਆਂ ਛੋਟੀਆਂ ਆਸਾਂ ਉਹਦੀਆਂ, ਉਹ ਇਹ ਹੋਪ ਕਰਦੀ ਹੈ ਕਿ ਇਹਨਾਂ ਚੋਂ ਵਨ ਆਫ ਦੀਜ਼ ਗਰਲਜ਼ ਮਾਈਟ ਬਿਕਮ ਹਰ ਫਰੈਂਡ, ਕਿਉਂਕਿ ਉਸਦਾ ਕੋਈ ਫਰੈਂਡ ਨਹੀਂ ਹੈ ਘਰੇ, ਉਸਨੂੰ ਕੋਈ ਫਰੈਂਡਲੀ ਐਟਮੋਸਫੇਅਰ ਨਹੀਂ ਮਿਲਿਆ ਹੋਇਆ। ਉਸਦੀਆਂ ਭੈਣਾਂ ਨਾਲ ਉਸਦੇ ਰਿਲੇਸ਼ਨ ਜਿਹੜੇ ਤੁਹਾਨੂੰ ਪਤਾ ਮੈਂ ਪਹਿਲਾਂ ਹੀ ਦੱਸ ਚੁੱਕਿਆ, ਉਸਦੀਆਂ ਭੈਣਾਂ ਉਸਨੂੰ ਗੱਲ ਕਰਕੇ ਉਹਦੇ ਨਾਲ ਰਾਜੀ ਨਹੀਂ ਹੈਗੀਆਂ। ਤਾਂ ਹੁਣ ਉਹਨੂੰ ਇਹ ਲੱਗਦਾ ਕਿ ਇੰਨੀਆਂ ਸਾਰੀਆਂ ਕੁੜੀਆਂ ਚੋਂ ਮੇਰੀ ਕੋਈ ਵਧੀਆ ਸਹੇਲੀ ਬਣੇਗੀ। ਹੁਣ ਉਸ ਕਲਾਸ ਦੇ ਵਿੱਚ ਇੱਕ ਲੇਡੀ ਟੀਚਰ ਹੈ, ਠੀਕ ਹੈ, ਉਹ ਕੁਛ ਭੋਲੀ ਨੂੰ ਕਹਿੰਦੀ ਹੈ, ਪਰ ਭੋਲੀ ਨੂੰ ਕੁਛ ਨਹੀਂ ਸਮਝ ਆਉਂਦਾ। ਭੋਲੀ ਕੀ ਕਰਦੀ ਹੈ, ਉਹ ਜਿਹੜੀ ਦੀਵਾਰ ਦੇ ਆਲੇ ਦੁਆਲੇ ਪਿਕਚਰਸ ਜੋ ਕਲਾਸਰੂਮ 'ਚ ਲੱਗੀਆਂ ਹੋਈਆਂ ਉਸ ਨੂੰ ਦੇਖਦੀ ਹੈ। ਹੁਣ ਉਹ ਕਲਰਫੁਲ ਪਿਕਚਰਸ ਹੈ ਵਿਚ ਫੈਸੀਨੇਟਿਡ ਹਰ। ਨੋ ਵਾਟ ਇਜ਼ ਦਾ ਮੀਨਿੰਗ ਆਫ ਫੈਸੀਨੇਟਿਡ? ਫੈਸੀਨੇਟਿਡ ਮਤਲਬ ਆਕਰਸ਼ਿਤ ਕਰਨਾ, ਉਸ ਨੂੰ ਚੰਗੀਆਂ ਲੱਗਦੀਆਂ। ਤਾਂ ਉਹ ਕਿਹੜੀਆਂ ਕਿਹੜੀਆਂ ਪਿਕਚਰਸ ਹੈ? ਇੱਕ ਹੋਰਸ ਦੀ ਪਿਕਚਰ ਹੈ, ਉਹ ਬਿਲਕੁਲ ਉਸੇ ਤਰ੍ਹਾਂ ਦਾ ਹੋਰਸ ਹੈ ਜਿਸ ਹੋਰਸ ਤੇ ਬੈਠ ਕੇ ਤਹਿਸੀਲਦਾਰ ਸਕੂਲ ਦਾ ਉਦਘਾਟਨ ਕਰਨ ਲਈ ਆਏ ਸੀਗੇ। ਤਾਂ ਦੇਖੋ ਇੱਕ ਬੱਚਾ ਹੈ, ਉਹ ਰਿਲੇਟ ਕਰਦਾ ਆਪਣੀਆਂ ਲਾਈਫ ਦੀਆਂ ਘਟਨਾਵਾਂ ਦੇ ਨਾਲ ਉਹਨਾਂ ਤਸਵੀਰਾਂ ਨੂੰ ਦੇਖ ਕੇ। ਇੱਕ ਹੋਰਸ ਦੀ ਪਿਕਚਰ ਹੈ, ਦੂਜੀ ਇੱਕ ਗੋਟ ਹੈ, ਬੱਕਰੀ ਹੈ, ਉਹ ਬਿਲਕੁਲ ਉਹਨਾਂ ਦੀ ਇੱਕ ਗੁਆਂਢੀਆਂ ਦੀ ਬੱਕਰੀ ਉਹਦੇ ਵਰਗੀ ਹੈ। ਇੱਕ ਪੈਰਟ ਦੀ ਤਸਵੀਰ ਦਿਖਦੀ ਹੈ, ਉਹ ਬਿਲਕੁਲ ਪੈਰਟ ਉਸ ਨੂੰ ਉਹ ਪੈਰਟ ਦਿਖਦਾ ਹੈ ਜੋ ਉਸਨੇ ਇੱਕ ਮੈਂਗੋ ਔਰਚਰਡ। ਨਾਓ ਵਾਟ ਇਜ਼ ਦਾ ਮੀਨਿੰਗ ਆਫ ਔਰਚਰਡ? ਔਰਚਰਡ ਇੱਕ ਬਗੀਚਾ, ਮੈਂਗੋਜ਼ ਦਾ ਬਗੀਚੇ 'ਚ ਉਸਨੇ ਕੋਈ ਪਿੰਡ 'ਚ ਬਗੀਚਾ ਹੋਣਾ, ਕੋਈ ਮੈਂਗੋ ਔਰਚਰਡ ਹੋਣਾ, ਉੱਥੇ ਉਹਨੂੰ ਪੈਰਟ ਦੇਖਿਆ ਹੋਣਾ। ਤੇ ਇੱਕ ਕਾਓ ਦੀ ਤਸਵੀਰ ਹੈ, ਤੇ ਕਾਓ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਜੋ ਉਹਨਾਂ ਦੇ ਘਰੇ ਕਾਓ ਸੀ ਉਸਦਾ ਨਾਮ ਸੀ ਲਕਸ਼ਮੀ, ਉਸਨੂੰ ਲਕਸ਼ਮੀ ਦੀ ਯਾਦ ਆ ਜਾਂਦੀ ਹੈ। ਤਾਂ ਜਦੋਂ ਉਹ ਇਹ ਸਾਰੀਆਂ ਤਸਵੀਰਾਂ ਦੇਖ ਰਹੀ ਹੈ ਤਾਂ ਇੱਕਦਮ ਉਸ ਨੂੰ ਉਸਦੀ ਜਿਹੜੀ ਟੀਚਰ ਹੈ ਉਹ ਬੁਲਾਉਂਦੀ ਹੈ, ਤੇ ਉਸ ਦੇ ਵੱਲ ਉਸ ਨੂੰ ਦੇਖ ਕੇ ਮੁਸਕਰਾਉਂਦੀ ਹੈ। ਨਾ ਪਹਿਲਾ ਕੁਐਸਚਨ ਜਿਹੜਾ ਟੀਚਰ ਆਪਣੇ ਸਟੂਡੈਂਟ ਨੂੰ, ਭੋਲੀ ਨੂੰ ਪੁੱਛਦਾ ਹੈ, ਵਾਟ ਇਜ਼ ਯੂਰ ਨੇਮ ਲਿਟਲ ਵਨ? ਇਹ ਛੋਟੀ ਬੱਚੀ ਤੇਰਾ ਨਾਮ ਕੀ ਹੈ? ਨਾ ਜਿਹੜੀ ਭੋਲੀ ਹੈ, ਦੇਖੋ ਅਸੀਂ ਪਹਿਲਾਂ ਕਹਿ ਚੁੱਕੇ ਕਿ ਉਹ ਪੂਰੀ ਤਰ੍ਹਾਂ ਬੋਲ ਨਹੀਂ ਸਕਦੀ। ਬ੍ਰੇਨ ਦੇ ਵਿੱਚ ਇੰਜਰੀ ਹੈ, ਕੁਛ ਉਸ 'ਚ ਇਨਫੀਰੀਓਰਿਟੀ ਕੰਪਲੈਕਸ ਹੈ, ਉਹ ਬੋਲ ਨਹੀਂ ਪਾਉਂਦੀ, ਠੀਕ ਹੈ। ਤਾਂ ਉਹ ਆਪਣਾ ਨਾਮ ਉਹੀ ਭੋ ਭੋ ਕਰਕੇ ਬੋਲਦੀ ਹੈ, ਆਪਣਾ ਨਾਮ ਪੂਰਾ ਬੋਲ ਨਹੀਂ ਪਾਉਂਦੀ ਉਹ। ਤੇ ਜਦੋਂ ਬੋਲ ਨਹੀਂ ਪਾਉਂਦੀ ਤਾਂ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ, ਟੀਅਰਸ ਫਲੋਡ ਫਰੋਮ ਹਰ ਆਈਜ਼ ਇਨ ਅ ਹੈਲਪਲੈਸ ਫਲੱਡ। ਹੈਲਪਲੈਸ ਫਲੱਡ ਦਾ ਮਤਲਬ ਹੁੰਦਾ ਵੀ ਬਿਨਾਂ ਰੁਕੇ, ਬਿਨਾਂ ਰੁਕੇ ਫਲੱਡ ਦੀ ਤਰ੍ਹਾਂ। ਜਿਵੇਂ ਫਲੱਡ ਦਾ ਮਤਲਬ ਵੈਸੇ ਹੜ੍ਹ ਹੁੰਦਾ ਬੇਟਾ, ਜਿਵੇਂ ਹੰਝੂਆਂ ਦਾ ਹੜ੍ਹ ਆ ਗਿਆ,
ਤਾਂ ਇਸ ਤਰ੍ਹਾਂ ਉਹ ਜਿਹੜੀ ਹੈ ਉਸ ਤੋਂ ਮਤਲਬ ਕਿ ਉਹ ਰੋਣ ਲੱਗ ਜਾਂਦੀ ਹੈ ਤੇ ਇੱਕ ਕਾਰਨਰ ਦੀ ਬੈਠੀ ਰਹਿੰਦੀ ਹੈ। ਈਵਨ ਕਿ ਉਹ ਨਾ ਗਰਲਸ ਵੱਲ ਵੀ ਨਹੀਂ ਦੇਖ ਸਕਦੀ ਜੋ ਉਸ 'ਤੇ ਹੱਸ ਰਹੀਆਂ ਨੇ, ਬਿਕੋਜ਼ ਉਹਨਾਂ ਨੇ ਉਹ ਉਸ ਤੋਂ ਪੂਰਾ ਨਾ ਬੋਲਿਆ ਨਹੀਂ ਗਿਆ। ਤਾਂ ਜਿਹੜੀਆਂ ਉਸ ਦੀਆਂ ਜੋ ਕਲਾਸ ਦੇ ਵਿੱਚ ਨਾਲ ਦੀਆਂ ਲੜਕੀਆਂ ਨੇ ਉਹ ਉਸ 'ਤੇ ਹੱਸ ਰਹੀਆਂ ਨੇ। ਹੁਣ ਉਸ ਤੋਂ ਅੱਗੇ ਦੇਖਦੇ ਹਾਂ ਆਪਾਂ। ਸਕੂਲ ਦੀ ਬੈਲ ਹੋ ਜਾਂਦੀ ਹੈ ਜੀ। School bell rang and the all girls scurried out of the classroom. Now what is the meaning of scurried out? Scurried out ਦਾ ਮਤਲਬ ਇੱਕਦਮ ਜਦੋਂ ਤੁਹਾਨੂੰ ਵੀ ਬੇਟਾ ਛੁੱਟੀ ਹੁੰਦੀ ਹੈ ਤਾਂ ਤੁਸੀਂ ਭੱਜ ਕੇ ਬਾਹਰ ਆਉਂਦੇ ਹੋ ਤੇ ਕੁਝ ਨਹੀਂ ਦੇਖਦੇ ਅੱਗੇ ਕੀ ਹੈ ਪਿੱਛੇ ਕੀ ਹੈ, ਬਸ ਤੁਹਾਨੂੰ ਘਰ ਜਾਣ ਦੀ ਜਲਦੀ ਹੁੰਦੀ ਹੈ। ਦੈਟ ਇਜ਼ ਦਾ ਮੀਨਿੰਗ ਆਫ scurried out. ਪਰ ਭੋਲੀ ਨਹੀਂ ਜਾਂਦੀ ਜੀ। ਭੋਲੀ dared not leave her corner. ਭੋਲੀ ਉੱਥੇ ਹੀ ਬੈਠੀ ਰਹਿੰਦੀ ਹੈ ਤੇ she kept on sobbing. Now what is the meaning of sobbing? Sobbing ਦਾ ਮਤਲਬ ਹੁੰਦਾ ਹੈ ਜੀ ਹੋਕੇ ਲੈ ਲੈ ਕੇ ਰੋਣਾ। ਭੋਲੀ ਤਾਂ ਉਹਨੂੰ ਇੱਕਦਮ ਆਵਾਜ਼ ਸੁਣਦੀ ਹੈ ਤਾਂ ਉਹ ਆਵਾਜ਼ ਕਿਸ ਦੀ ਹੈ ਜੀ? ਟੀਚਰਸ ਵੌਇਸ ਵਾਸ ਸੋ ਸੌਫਟ ਐਂਡ ਸੂਦਿੰਗ। ਇਹ ਲਾਈਨ ਬੜੀ ਹੀ ਟੱਚ ਕਰਨ ਵਾਲੀ। ਦੇਖੋ ਇੰਨਾ ਪਿਆਰ ਨਾਲ ਭੋਲੀ ਨੂੰ ਕਿਸੇ ਨੇ ਨਹੀਂ ਬੁਲਾਇਆ ਹੁੰਦਾ ਜਿਸ ਪਿਆਰ ਨਾਲ ਟੀਚਰ ਨੇ ਉਸ ਨੂੰ ਬੁਲਾਇਆ। ਇਨ ਹਰ In all her life, she had never been called like that. It touched her heart. Now, ਇਹ ਦੇਖੋ, it touched her heart. ਦੇਖੋ ਟੀਚਰ ਦਾ ਜਿਹੜਾ ਬੋਲ ਹੈ ਨਾ ਉਹ ਬੱਚੇ ਨੂੰ ਅੱਧੀ ਗੱਲ ਸਮਝਾ ਦਿੰਦਾ ਹੈ। ਸਮਝਾਉਣ ਤੋਂ ਪਹਿਲਾਂ ਹੀ ਸਮਝਾ ਦਿੰਦਾ, ਮੇਰਾ ਇਹ ਮੰਨਣਾ ਹੈ। ਤਾਂ ਜਦੋਂ ਟੀਚਰ ਭੋਲੀ ਨੂੰ ਇੰਨੇ ਪਿਆਰ ਨਾਲ ਬੁਲਾਉਂਦੀ ਹੈ ਤਾਂ ਉਸੇ ਟਾਈਮ ਜਿਹੜਾ ਭੋਲੀ ਨੂੰ ਇੰਨਾ ਵਧੀਆ ਲੱਗਦਾ, ਬਿਕੋਜ਼ ਇੰਨੇ ਪਿਆਰ ਨਾਲ ਭੋਲੀ ਨੂੰ ਅੱਜ ਤੱਕ ਕਿਸੇ ਵੀ ਪਰਸਨ ਨੇ, ਉਸਦੀ ਮੰਮੀ ਨੇ, ਉਸਦੇ ਡੈਡੀ ਨੇ, ਉਸਦੇ ਭਰਾਵਾਂ ਨੇ, ਭੈਣਾਂ ਨੇ ਨਹੀਂ ਬੁਲਾਇਆ ਹੁੰਦਾ। ਗੈਟ ਅਪ ਸੈਡ ਦਾ ਟੀਚਰ। ਟੀਚਰ ਕਹਿੰਦੀ ਹੈ ਖੜੀ ਹੋ ਜਾ। ਇਟ ਵਾਜ਼ ਨੋਟ ਕਮਾਂਡ, ਇਹ ਕੋਈ ਹੁਕਮ ਨਹੀਂ ਸੀ, ਇੱਕ 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 ਸੁਝਾਅ ਸੀ। ਤਾਂ ਭੋਲੀ ਜਲਦੀ ਖੜੀ ਹੋ ਜਾਂਦੀ ਹੈ। ਨਾਓ ਟੈਲ ਮੀ ਯੋਰ ਨੇਮ। ਹੁਣ sweat broke out over her whole body. Now what is the meaning of sweat? Sweat ਦਾ ਮਤਲਬ ਹੁੰਦਾ ਜੀ ਪਸੀਨਾ। ਨਾ ਬੇਟਾ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ sweat ਦੇ ਸਪੈਲਿੰਗ ਦੇਖੋ। sweat ਦੇ ਸਪੈਲਿੰਗ ਇੱਥੇ ਨੇ SWEAT, ਪਰ ਤੁਸੀਂ ਇੱਕ ਹੋਰ ਵਰਡ ਬੜੇ ਚੰਗੀ ਤਰ੍ਹਾਂ ਜਾਣਦੇ ਹੋ, ਦੈਟ ਇਜ਼ ਸਵੀਟ, SWEET। ਦੋਨਾਂ ਦੇ ਵਿੱਚ ਜਸਟ ਥੋੜ੍ਹਾ ਜਿਹਾ ਫਰਕ ਹੈ। ਜਿਹੜਾ ਸਵੀਟ ਸਭ ਨੂੰ ਜਾਣਦੇ ਹੋ, ਮਠਿਆਈ। ਸਵੈਟ ਦਾ ਮਤਲਬ ਹੈ ਪਸੀਨਾ। ਤਾਂ ਇਹ ਧਿਆਨ ਰੱਖਣਾ ਬੇਟਾ, ਇਹ ਛੋਟੀਆਂ ਛੋਟੀਆਂ ਗਲਤੀਆਂ ਕਈ ਵਾਰੀ ਆਪਾਂ ਸਵੈਟ ਦੀ ਥਾਂ 'ਤੇ ਸਵੀਟ ਪਾ ਦਿੰਦੇ ਹਾਂ, ਬਿਲਕੁਲ ਹੀ ਚੇਂਜ ਹੋ ਜਾਂਦਾ ਮਤਲਬ। ਤਾਂ ਉਹਦੀ ਪੂਰੀ ਬੋਡੀ ਪਸੀਨੇ ਨਾਲ ਤਰਬਤਰ ਹੋ ਜਾਂਦੀ ਹੈ ਜੀ। ਵੁੱਡ ਹਰ ਸਟੈਮਰਿੰਗ ਟੰਗ ਅਗੇਨ ਡਿਸਗਰੇਸ ਹਰ। ਹੁਣ ਉਹਨੂੰ ਫੇਰ ਲੱਗਦਾ ਹੈ ਕਿ ਸ਼ਾਇਦ ਉਹ ਤੋਂ ਨਹੀਂ ਬੋਲਿਆ ਜਾਣਾ, ਪਰ ਉਸ ਨੂੰ ਇਹ ਵੂਮਨ ਬੜੀ ਕਾਈਂਡ ਲੱਗਦੀ ਹੈ। ਉਹ ਫਿਰ ਇੱਕ ਮਤਲਬ ਇੰਨੇ ਪਿਆਰ ਨਾਲ ਉਹਨੇ ਬੁਲਾਇਆ ਹੁੰਦਾ, ਇੱਕ ਵਾਰੀ ਫੇਰ ਦੇਖੋ ਐਫਰਟ ਕਰਦੀ ਹੈ। ਦੇਖੋ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਦੋਂ ਟੀਚਰ ਇੰਨੇ ਪਿਆਰ ਨਾਲ ਬੱਚੇ ਨੂੰ ਕਹੇ ਤਾਂ ਬੱਚਾ ਜ਼ਰੂਰ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨੇ ਫੇਰ ਕੋਸ਼ਿਸ਼ ਕੀਤੀ। ਉਹਦੀ ਆਵਾਜ਼ ਇੰਨੀ ਹੀ ਪਿਆਰੀ ਸੀ, ਇੰਨੀ ਮਤਲਬ ਕਿ ਸੂਦਿੰਗ ਵੌਇਸ। ਨੋ ਵਟ ਇਜ਼ ਦਾ ਮੀਨਿੰਗ ਆਫ ਸੂਦਿੰਗ ਵੌਇਸ? ਬਹੁਤ ਹੀ ਪਿਆਰ, ਆਪਣਤ ਭਰੀ ਆਵਾਜ਼, ਠੀਕ ਹੈ, ਜਿਸ ਨੂੰ ਸੁਣ ਕੇ ਬੜੀ ਸਾਨੂੰ ਸਕੂਨ ਮਿਲੇ, ਸਕੂਨ ਵਾਲੀ ਆਵਾਜ਼, ਉਸ ਨੂੰ ਆਪਾਂ ਸੂਦਿੰਗ ਵੌਇਸ ਕਹਿੰਦੇ ਹਾਂ। ਉਹਨੂੰ ਪਤਾ ਹੈ ਕਿ ਜੇ ਮੈਂ ਗਲਤ ਬੋਲੀ ਵੀ ਤਾਂ ਮੇਰੇ ਤੇ ਹੱਸੇਗੀ ਨਹੀਂ। ਕੌਣ ਨਹੀਂ ਹੱਸੇਗੀ? ਉਹਦੀ ਟੀਚਰ। ਬਾਕੀ ਸਾਰੇ ਜਣੇ ਹੱਸਦੇ ਨੇ ਉਹਦੀ ਆਵਾਜ਼ ਸੁਣ ਕੇ, ਲੇਕਿਨ ਉਹਨੂੰ ਇੰਨਾ ਜ਼ਿਆਦਾ ਸਿਰਫ ਦੇਖੋ ਬੱਚੇ ਨੇ, ਉਸ ਟੀਚਰ ਨੇ ਉਹਨੂੰ ਕੀ ਕਿਹਾ ਹੈ? ਉਸਦਾ ਨਾਮ ਲੈ ਕੇ ਬੁਲਾਇਆ ਤੇ ਦੂਸਰਾ ਉਹਨੂੰ ਕੀ ਕਿਹਾ? ਮੈਨੂੰ ਤੂੰ ਆਪਣਾ ਨਾਮ ਦੱਸ। ਸਿਰਫ ਇੰਨੀ 'ਚ ਹੀ ਭੋਲੀ ਨੂੰ ਮਤਲਬ ਕਿ ਹੋ ਗਿਆ ਕਿ ਜਿਹੜੀ ਟੀਚਰ ਹੈ ਵਾਕਈ ਮੇਰਾ ਭਲਾ ਸੋਚਦੀ ਹੈ, ਇਹ ਮੇਰੇ ਤੇ ਨਹੀਂ ਹੱਸੇਗੀ। ਭੋਲੀ ਫੇਰ ਕੋਸ਼ਿਸ਼ ਕਰਦੀ ਹੈ ਲੇਕਿਨ ਨਤੀਜਾ ਫੇਰ ਉਹੀ ਹੈ, ਸ਼ੀ ਬਿਗੇਨ ਟੂ ਸਟੈਮਰ। ਫੇਰ ਉਹ ਸਟੈਮਰ ਕਰਦੀ ਹੈ, ਹਕਲਾ ਕੇ ਬੋਲਦੀ ਹੈ, ਫੇਰ ਉਸ ਤੋਂ ਭੋਲੀ ਨਹੀਂ ਬੋਲਿਆ ਜਾਂਦਾ, ਪੋਤੀ ਅੜ ਜਾਂਦੀ ਹੈ। ਲੇਕਿਨ ਇੰਨਾ ਸੁਣ ਕੇ ਟੀਚਰ ਕਹਿੰਦੀ ਹੈ ਵੈਲ ਡਨ, ਵੈਲ ਡਨ। ਟੀਚਰ ਕਹਿੰਦੀ ਹੈ ਬਹੁਤ ਵਧੀਆ। ਟੀਚਰ ਐਨਕਰੇਜਡ ਹਰ। ਟੀਚਰ ਉਸ ਨੂੰ ਉਤਸ਼ਾਹਿਤ ਕਰਦੀ ਹੈ। ਕਹਿੰਦੀ ਹੁਣ ਮੈਨੂੰ ਆਪਣਾ ਪੂਰਾ ਨਾਮ ਦੱਸ। ਇੱਕ ਵਾਰੀ ਫੇਰ ਟੀਚਰ ਦੇਖੋ ਉਸ ਨੂੰ ਉਤਸ਼ਾਹਿਤ ਕਰਦੀ ਹੈ, ਉਸ ਨਾਲ ਨਾਮ ਸੁਣਨ ਦੇ ਲਈ, ਨਾਮ ਬੋਲਣ ਦੇ ਲਈ। ਹੁਣ ਬੋਲ ਦਿੰਦੀ ਹੈ ਜੀ ਭੋਲੀ, ਦੇਖੋ ਧਿਆਨ ਨਾਲ, ਮੈਂ ਇਸ ਨੂੰ ਡਰ ਕਰ ਰਿਹਾ। ਇੱਥੇ ਉਹ ਆਪਣਾ ਨਾਮ ਭੋਲੀ ਬੋਲ ਦਿੰਦੀ ਹੈ ਤੇ ਜਦੋਂ ਉਹ ਕਹਿੰਦੀ ਹੈ ਤੇ ਉਸ ਨੂੰ ਐਂ ਲੱਗਦਾ ਹੈ ਜਿਵੇਂ ਕਿ ਉਸਨੇ ਬਹੁਤ ਹੀ ਇਟ ਵਾਜ਼ ਹਰ ਅ ਗ੍ਰੇਟ ਅਚੀਵਮੈਂਟ, ਇੱਕ ਬਹੁਤ ਹੀ ਵੱਡੀ ਉਹਦੀ ਪ੍ਰਾਪਤੀ ਸੀ। ਗ੍ਰੇਟ ਅਚੀਵਮੈਂਟ, ਬਹੁਤ ਹੀ ਵੱਡੀ ਪ੍ਰਾਪਤੀ ਸੀ। ਤਾਂ ਦੇਖੋ ਬੱਚਿਓ, ਜਦੋਂ ਟੀਚਰ ਕੋਸ਼ਿਸ਼ ਕਰਦਾ ਹੈ ਤਾਂ ਉਹ ਜ਼ਰੂਰ ਸਫਲ ਹੁੰਦੀ ਹੈ ਤੇ ਉਹ ਸਫਲ ਹੋਈ ਤੇ ਭੋਲੀ ਨੇ ਆਪਣਾ ਨਾਮ ਬੋਲਤਾ। ਅੱਗੇ ਚੱਲਦੇ ਹਾਂ ਜੀ। ਇੱਕ ਵਾਰ ਫੇਰ ਜਦੋਂ ਬੋਲਦੀ ਹੈ ਟੀਚਰ ਕਿ ਵੈਲ ਡਨ, ਬਹੁਤ ਵਧੀਆ। ਐਂਡ ਦਾ ਟੀਚਰ ਪੈਟਿਡ ਹਰ ਅਫੈਕਸ਼ਨੇਟਲੀ। ਅਫੈਕਸ਼ਨੇਟਲੀ
याद करो ਆਪਾਂ ਜਦੋਂ ਲੈਟਰ ਬੇਟਾ ਲਿਖਦੇ ਹੁੰਨੇ ਆ ਤਾਂ yours affectionately word ਪਾਉਂਦੇ ਹੁੰਨੇ ਆ ਨੀਚੇ, ਜਦੋਂ ਆਪਾਂ ਰਿਲੇਟਿਵਸ ਨੂੰ ਲੈਟਰ ਲਿਖਦੇ ਆ, ਆਪਣੇ ਫਰੈਂਡ ਆਪਣੇ ਸੌਰੀ ਆਪਣੇ ਬ੍ਰਦਰ ਸਿਸਟਰਸ ਨੂੰ, ਹੈ ਨਾ, ਤਾਂ ਆਪਾਂ yours affectionately ਪਾਉਂਦੇ ਆ। ਤਾਂ affectionately ਦਾ ਮਤਲਬ ਅਫੈਕਸ਼ਨ ਤੋਂ affectionately ਬਣਦਾ, ਇਟਸ ਐਨ ਐਡਵਰਬ। ਇਹਦਾ ਮਤਲਬ ਹੁੰਦਾ ਹੈ ਆਪਣੱਤ ਨਾਲ, ਹੈ ਨਾ, ਆਪਣੱਤ ਭਰਿਆ। ਕਹਿੰਦੇ ਹੁਣ ਤੂੰ ਆਪਣੇ ਮਨ ਚੋਂ ਫੀਅਰ ਕੱਢ ਦੇ ਤੇ ਹੁਣ ਤੂੰ ਬਾਕੀਆਂ ਦੀ ਤਰ੍ਹਾਂ ਬੋਲੇਂਗੀ, ਜਿਵੇਂ ਬਾਕੀ ਲੋਕ ਬੋਲਦੇ ਨੇ ਉਵੇਂ ਬੋਲੇਂਗੀ। ਇਹ ਕੌਣ ਕਹਿ ਰਿਹਾ? ਟੀਚਰ ਕਹਿ ਰਿਹਾ। ਤੇ ਦੇਖੋ ਪੋਲੀ ਨੂੰ ਯਕੀਨ ਨਹੀਂ ਹੁੰਦਾ। ਪੋਲੀ ਕਹਿੰਦਾ ਰੀਅਲੀ, ਕੀ ਤੁਸੀਂ ਸੱਚ ਬੋਲ ਰਹੇ ਹੋ ਟੀਚਰ? ਯੈਸ ਯੈਸ, ਇਹ ਤਾਂ ਬਹੁਤ ਹੀ ਈਜ਼ੀ ਹੈ, ਮੇਰੇ ਕੋਲ ਸਕੂਲ ਰੋਜ਼ ਆ, ਕੀ ਤੂੰ ਆਏਂਗੀ ਪੋਲੀ? ਤੇ ਪੋਲੀ ਕਹਿੰਦੀ ਹੈ ਪੋਲੀ ਨੋਡਿਡ ਵਿਲ ਯੂ ਕਮ? ਪੋਲੀ ਨੋਡਿਡ ਨੋ ਸੇ ਇਟ ਅਲਾਉਡ। ਹੁਣ ਟੀਚਰ ਕਹਿੰਦੀ ਹੈ ਕਿ ਨਹੀਂ, ਉੱਚੀ ਬੋਲ। ਪੋਲੀ ਨੋਡਿਡ ਦਾ ਮਤਲਬ ਹੁੰਦਾ ਹੈ ਹਾਂ 'ਚ, ਜਦੋਂ ਆਪਾਂ ਬੇਟਾ ਜਿਵੇਂ ਆਪਾਂ ਇਸ਼ਾਰੇ ਦੇ ਨਾਲ ਹਾਂ ਮਤਲਬ ਸਿਰ ਆਪਣਾ ਹਿਲਾ ਦਿੰਦੇ ਆ ਅਫਰਮੇਟਿਵ ਵੇ 'ਚ, ਮਤਲਬ ਕਿ ਹਾਂ ਵਾਚਕ ਉਹਦੇ 'ਚ, ਤਾਂ ਉਹਨੂੰ ਨੋਡਿਡ ਕਹਿੰਦੇ ਆ। ਯੈਸ ਯੈਸ, ਹੁਣ ਪੋਲੀ ਬੋਲ ਕੇ ਦੱਸਦੀ ਹੈ ਕਿ ਹਾਂ ਮੈਂ ਜ਼ਰੂਰ ਆਵਾਂਗੀ। ਪੋਲੀ ਆਪ ਐਸਟੋਨਿਸ਼ਡ ਹੋ ਜਾਂਦੀ ਹੈ, ਹੈਰਾਨ ਹੋ ਜਾਂਦੀ ਹੈ। ਐਸਟੋਨਿਸ਼ ਦਾ ਮਤਲਬ ਹੈਰਾਨ ਹੋਣਾ, ਕਿ ਉਸਨੇ ਯੈਸ ਬੋਲਤਾ ਬਿਨਾ ਮਤਲਬ ਕਿ ਹਕਲਾਏ, ਕਿ ਮੈਂ ਤੈਨੂੰ ਕਿਹਾ ਨਹੀਂ ਸੀ ਤੂੰ ਬੋਲ ਪਾਏਂਗੀ। ਨਾਓ ਟੇਕ ਦਿਸ ਬੁੱਕ। ਹੁਣ ਟੀਚਰ ਉਸ ਨੂੰ ਇੱਕ ਬੁੱਕ ਦਿੰਦੀ ਹੈ। ਦੇਖੋ ਇੱਕ ਬੁੱਕ ਜਿਹੜੀ ਹੁੰਦੀ ਹੈ ਉਹ ਕਿਸੇ ਵੀ ਬੱਚੇ ਲਈ ਸਭ ਤੋਂ ਵੱਡਾ ਗਿਫਟ ਹੁੰਦਾ, ਮੈਂ ਤਾਂ ਇਹ ਮੰਨਦਾ, ਤੇ ਉਹੀ ਗਿਫਟ ਉਸ ਨੂੰ ਮਿਲਦਾ। ਹੁਣ ਇਹ ਜਿਹੜੀ ਬੁੱਕ ਹੈ ਇਟ ਇਜ਼ ਫੁੱਲ ਆਫ ਨਾਈਸ ਪਿਕਚਰਸ, ਤੇ ਉਸਦੇ ਵਿੱਚ ਪਿਕਚਰਸ ਨੇ, ਕਲਰਫੁਲ ਨੇ। ਫਿਰ ਉਹੀ ਤਰ੍ਹਾਂ ਦੀਆਂ ਡੌਗ, ਕੈਟ, ਗੋਟ, ਹਾਰਸ, ਪੈਰਟ, ਟਾਈਗਰ, ਕਾਓ। ਫਿਰ ਦੇਖੋ ਜਸਟ ਲਾਈਕ ਲਕਸ਼ਮੀ। ਤੇ ਉਸ ਪਿਕਚਰ ਦੇ ਨੀਚੇ ਇੱਕ ਬਿਗ ਬਲੈਕ ਲੈਟਰ ਹੈ। ਜਿਵੇਂ ਆਪਾਂ ਬੇਟਾ ਪਹਿਲੀ ਦੂਜੀ ਕਲਾਸ ਦੇ ਵਿੱਚ ਪੜ੍ਹਦੇ ਹਾਂ, ਕਾਇਦੇ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਤਾਂ ਇੱਕ ਤਰ੍ਹਾਂ ਦੀ ਉੱਦਾਂ ਦੀ ਬੁੱਕ ਹੈ, ਤੇ ਉਸਦੇ ਵੱਡੇ ਵੱਡੇ ਲੈਟਰਸ ਲਿਖੇ ਹੋਏ ਆ, ਜਿਵੇਂ DOGCAT ਇੱਦਾਂ ਦੇ। ਕਹਿੰਦੇ 1 ਮਹੀਨੇ ਦੇ ਵਿੱਚ ਹੁਣ ਉਹ ਟੀਚਰ ਕਹਿੰਦੀ ਹੈ ਤੂੰ ਇਸ ਬੁੱਕ ਨੂੰ ਪੜ੍ਹੇਂਗੀ, ਫਿਰ ਮੈਂ ਤੈਨੂੰ ਇੱਕ ਵੱਡੀ ਬੁੱਕ ਦੇਵਾਂਗੀ, ਬਿਗਰ ਬੁੱਕ, ਫਿਰ ਉਸ ਤੋਂ ਵੱਡੀ ਬੁੱਕ ਦੇਵਾਂਗੀ, ਤੇ ਫਿਰ ਤੂੰ ਹਰ ਇੱਕ ਇਸ ਪਿੰਡ 'ਚ ਕੋਈ ਵੀ ਬੰਦਾ ਹੈ, ਐਨੀਵਨ ਐਲਸ ਇਨ ਦਾ ਵਿਲੇਜ, ਤੂੰ ਉਸ ਤੋਂ ਜ਼ਿਆਦਾ ਪੜ੍ਹੀ ਲਿਖੀ ਹੋਏਗੀ। ਯੂ ਵਿਲ ਬੀ ਮੋਰ ਲਰਨਿਡ ਦਾ ਮਤਲਬ ਤੂੰ ਤੋਂ ਜ਼ਿਆਦਾ ਪੜ੍ਹੀ ਲਿਖੀ ਹੋਏਗੀ ਪਿੰਡ ਦੇ ਹਰ ਇੱਕ ਇਨਸਾਨ ਤੋਂ ਜੋ ਇਸ ਪਿੰਡ 'ਚ ਹੈਗਾ। ਤੇ ਫਿਰ ਜਦ ਤੂੰ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਹੋਏਗੀ, ਤੇਰੇ ਵੱਲ ਕੋਈ ਹੱਸ ਨਹੀਂ ਸਕਦਾ। ਤੁਸੀਂ ਟੀਚਰ ਦੀਆਂ ਗੱਲਾਂ ਦੇਖੋ, ਟੀਚਰ ਕਿਸ ਤਰ੍ਹਾਂ ਪੋਲੀ ਨੂੰ ਐਨਕਰੇਜ ਕਰ ਰਹੀ ਹੈ। ਤੇ ਜਦੋਂ ਫਿਰ ਤੂੰ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਹੋਏਗੀ, ਹਰ ਇੱਕ ਬੰਦਾ ਤੇਰੀ ਰਿਸਪੈਕਟ ਕਰੂਗਾ, ਐਂਡ ਯੂ ਵਿਲ ਬੀ ਏਬਲ ਟੂ ਸਪੀਕ ਵਿਦਆਊਟ ਸਲਾਈਟੈਸਟ ਸਟੈਮਰ, ਤੇ ਬਿਲਕੁਲ ਬਿਨਾਂ ਹਕਲਾਏ ਤੂੰ ਬੋਲੇਂਗੀ। ਅੰਡਰਸਟੈਂਡ? ਸਮਝ ਗਈ? ਹੁਣ ਘਰ ਜਾ ਅਤੇ ਫਿਰ ਕੱਲ ਨੂੰ ਸਵੇਰੇ ਤੂੰ ਵਾਪਸ ਆਈ ਸਕੂਲ 'ਚ। ਤੇ ਪੋਲੀ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਜਿਵੇਂ ਜਿਵੇਂ ਵਿਲੇਜ ਦੀਆਂ ਟੈਂਪਲਸ, ਵਿਲੇਜ ਦਾ ਟੈਂਪਲ ਹੈ, ਮੰਦਿਰ ਹੈ, ਉਸ ਦੀਆਂ ਘੰਟੀਆਂ ਵੱਜਦੀਆਂ ਨੇ, ਤੇ ਐਂਡ ਦਾ ਟਰੀਜ਼ ਇਨ ਫਰੰਟ ਆਫ ਦਾ ਸਕੂਲ ਹਾਊਸ, ਤੇ ਉਹਦੇ ਜਿਹੜੇ ਸਕੂਲ ਦੇ ਵਿੱਚ ਜਿਹੜੇ ਟਰੀਜ਼ ਨੇ ਉਹਨਾਂ 'ਚ ਜਿਵੇਂ ਫੁੱਲ ਖਿੜਿਆਏ ਹੋਣ, ਬਿਗ ਰੈਡ ਫਲਾਵਰਸ ਆ ਗਏ ਹੋਣ। ਇਹ ਸਾਰੀਆਂ ਚੀਜ਼ਾਂ ਕੀ ਹੈ ਕਿ ਪੋਲੀ 'ਚ ਇੱਕ ਆਸ ਜਗਾਉਂਦੀਆਂ। ਜਦੋਂ ਇਦਾਂ ਦੀਆਂ ਚੀਜ਼ਾਂ ਹੋਣ ਕਿ ਟੱਲੀਆਂ ਵੱਜਣ ਲੱਗ ਜਾਣ ਸਾਡੇ ਦਿਮਾਗ ਦੀਆਂ, ਹੈ ਨਾ, ਜਾਂ ਸਾਨੂੰ ਲੱਗੇ ਕਿ ਫੁੱਲ ਖਿੜਨ ਲੱਗ ਜਾਣ, ਜਾਂ ਕਈ ਵਾਰੀ ਇਦਾਂ ਦੀ ਵੀ ਹੁੰਦੀ ਹੈ ਕਿ ਸਾਨੂੰ ਲੱਗੇ ਮੌਸਮ ਬੜਾ ਵਧੀਆ ਹੋ ਗਿਆ, ਇਦਾਂ ਹੋ ਗਿਆ ਨਾ, ਤਾਂ ਉਹਦਾ ਮਤਲਬ ਹੁੰਦਾ ਹੈ ਕਿ ਅਸੀਂ ਪੋਜ਼ੀਟਿਵ ਹੋ ਗਏ, ਸਾਡੀ ਇੱਕ ਪੋਜ਼ੀਟਿਵ ਆਊਟਲੁੱਕ ਹੋ ਗਈ, ਅਸੀਂ ਮਤਲਬ ਹੁਣ ਸਹੀ ਸੋਚ ਰਹੇ ਹਾਂ। ਤਾਂ ਪੋਲੀ ਵੀ ਬਿਲਕੁਲ ਇਦਾਂ ਦੀ ਹੈ, ਕਿਉਂਕਿ ਇੱਕ ਨਿਊ ਹੋਪ ਉਹਦੇ ਮਨ 'ਚ ਆ ਜਾਂਦੀ ਹੈ, ਐਂਡ ਅ ਨਿਊ ਲਾਈਫ। ਦੇਖੋ ਇੱਕ ਨਵਾਂ ਵਰਡ ਹੈ ਇੱਥੇ, ਨਵੀਂ ਚੀਜ਼ ਹੈ ਕਿ ਨਿਊ ਲਾਈਫ। ਨਿਊ ਲਾਈਫ ਦਾ ਮਤਲਬ ਕਿ ਹੁਣ ਐਕਚੁਅਲ ਪੋਲੀ ਦੀ ਜ਼ਿੰਦਗੀ ਅੱਜ ਤੋਂ ਸਟਾਰਟ ਹੋਈ, ਕਿਉਂਕਿ ਹੁਣ ਤੱਕ ਪੋਲੀ ਦੇ ਅੰਦਰ ਕੀ ਸੀ? ਇਨਫੀਰੀਓਰਿਟੀ ਕੰਪਲੈਕਸ ਸੀ, ਕਿ ਮੈਂ ਕੁਝ ਕਰ ਨਹੀਂ ਸਕਦੀ। ਲੇਕਿਨ ਉਸ ਨੂੰ ਕੌਣ ਮਿਲਿਆ? ਇੱਕ ਅੱਛਾ ਟੀਚਰ ਮਿਲਿਆ, ਤੇ ਟੀਚਰ ਮਿਲਣ ਦੇ ਨਾਲ ਹੀ ਦੇਖੋ ਉਹਦੇ ਅੰਦਰ ਉਸਦੀਆਂ ਕਿੰਨਾ ਜ਼ਿਆਦਾ ਚੇਂਜ ਆ ਗਿਆ। ਉਸ ਨੂੰ ਸਾਰਾ ਕੁਝ ਹੁਣ ਅੱਛਾ ਲੱਗ ਰਿਹਾ ਹੈ। ਹਰ ਹਾਰਟ ਵਾਜ਼ ਥ੍ਰੋਬਿੰਗ ਦਾ ਮਤਲਬ ਧੜਕਣਾ, ਵਿਦ ਨਿਊ ਹੋਪ। ਚਲੋ ਜੀ, ਹੁਣ ਇਹ ਟਾਈਮ ਕਾਫੀ ਬੀਤ ਜਾਂਦਾ ਹੈ, ਈਅਰਸ ਪਾਸਟ, ਕਾਫੀ ਜ਼ਿਆਦਾ ਸਮਾਂ ਬੀਤ ਜਾਂਦਾ ਹੈ। ਹੁਣ ਇਹ ਵਿਲੇਜ ਟਾਊਨ ਬਣ ਜਾਂਦਾ ਹੈ, ਕਸਬਾ ਬਣ ਜਾਂਦਾ ਹੈ, ਵਿਲੇਜ ਵੱਡਾ ਹੋ ਗਿਆ, ਲਿਟਲ ਪ੍ਰਾਇਮਰੀ ਸਕੂਲ, ਹਾਈ ਸਕੂਲ ਬਣ ਗਿਆ, 10ਵੀਂ ਤੱਕ ਹੋ ਗਿਆ, ਇੱਕ ਸਿਨੇਮਾ ਵੀ ਖੁੱਲ ਜਾਂਦਾ ਹੈ ਜੀ ਟਿਨ ਸ਼ੈਡ ਦੇ ਨੀਚੇ, ਤੇ ਇੱਕ ਕਾਟਨ ਮਿਲ ਵੀ ਆ ਜਾਂਦੀ ਹੈ ਜੀ। ਕਾਟਨ ਮਿਲ ਜਿੱਥੇ ਕਿ ਕਾਟਨ ਵਗੈਰਾ, ਕਪਾਹ ਵਗੈਰਾ, ਜਿਹੜੀ ਉੱਥੇ ਕੱਪੜਾ ਵਗੈਰਾ ਤਿਆਰ ਹੁੰਦਾ ਕਪਾਹ ਤੋਂ, ਉਹ ਮਿਲ ਵੀ ਬਣ ਜਾਂਦੀ ਹੈ। ਤੇ ਈਵਨ ਕਿ ਜਿਹੜੀ ਮੇਲ ਟ੍ਰੇਨ ਹੈ ਉਹ ਵੀ ਰੇਲਵੇ ਸਟੇਸ਼ਨ ਤੇ ਰੁਕਣ ਲੱਗ ਜਾਂਦੀ ਹੈ। ਮਤਲਬ ਉੱਥੇ ਇੱਕ ਰੇਲਵੇ ਦਾ ਸਟੇਸ਼ਨ ਵੀ ਪਹਿਲਾਂ ਤਾਂ ਹੋਣਾ, ਲੇਕਿਨ ਹੁਣ ਉੱਥੇ ਰੇਲ ਵੀ ਰੁਕਣ ਲੱਗ ਗਈ। ਤਾਂ ਹੁਣ ਕੀ ਹੁੰਦਾ ਜੀ, ਇੱਕ ਰਾਤ ਕਾਫੀ ਸਮੇਂ ਜਦੋਂ ਬੀਤ ਜਾਂਦਾ ਹੈ, ਤਾਂ ਹੁਣ ਆਫਟਰ ਡਿਨਰ ਤੋਂ ਬਾਅਦ ਰਾਮ ਲਾਲ ਆਪਣੀ ਵਾਈਫ ਨੂੰ ਕਹਿੰਦਾ ਹੈ
ਕਿ ਮੈਨੂੰ ਬਿਸ਼ੰਬਰ ਦੀ ਪ੍ਰਪੋਜ਼ਲ ਜਿਹੜੀ ਮੰਨ ਲੈਣੀ ਚਾਹੀਦੀ ਹੈ। ਪ੍ਰਪੋਜ਼ਲ ਕੋਈ ਉਸਨੇ ਪ੍ਰਪੋਜ਼ਲ ਰੱਖੀ ਹੈ, ਕੋਈ ਉਸਨੇ ਸੁਝਾਅ ਰੱਖਿਆ ਹੈ, ਤਾਂ ਬਿਸ਼ੰਬਰ ਹੁਣ ਦੇਖੋ ਇੱਕ ਕਰੈਕਟਰ ਹੈ ਇਸ ਸਟੋਰੀ ਦਾ। ਕੌਣ ਹੈ ਬਿਸ਼ੰਬਰ, ਇਸ ਦੇ ਬਾਰੇ ਸਾਨੂੰ ਥੋੜੀ ਦੇਰ ਤੱਕ ਪਤਾ ਲੱਗੇਗਾ। ਕੀ ਮੈਂ ਬਿਸ਼ੰਬਰ ਦੀ ਜਿਹੜੀ ਸੁਝਾਅ ਮੰਨ ਲਾਂ? ਯੈਸ ਸਰਟਨਲੀ, ਬਿਲਕੁਲ। ਵਾਈਫ ਕਹਿੰਦੀ ਹੈ ਭੋਲੀ ਤਾਂ ਇੰਨੀ ਜ਼ਿਆਦਾ ਲੱਕੀ ਹੋਏਗੀ, ਉਹਨੂੰ ਇੰਨਾ ਅੱਛਾ ਵੈਲ ਟੂ ਡੂ ਬ੍ਰਾਈਡ ਗਰੂਮ ਮਿਲੇਗਾ ਨਾ। ਵਾਟ ਇਜ਼ ਦਾ ਮੀਨਿੰਗ ਆਫ ਬ੍ਰਾਈਡ ਗਰੂਮ? ਲਾੜਾ। ਠੀਕ ਹੈ ਜੀ। ਉਹਦੇ ਕੋਲ ਇੱਕ ਬਿਗ ਸ਼ਾਪ ਹੈ, ਆਪਣਾ ਇੱਕ ਵੱਡਾ ਘਰ ਹੈ, ਇੰਨੇ ਸਾਰੇ ਉਹਦੇ ਨੌਕਰ ਚਾਕਰ ਨੇ, ਬੈਂਕ ਦੇ ਵਿੱਚ ਪੈਸਾ ਹੈ, ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਕੋਈ ਡੌਰੀ ਨਹੀਂ ਮੰਗ ਰਿਹਾ। ਹੁਣ ਇੱਥੋਂ ਗੱਲ ਕਲੀਅਰ ਹੁੰਦੀ ਹੈ, ਡੌਰੀ ਦਾ ਮਤਲਬ ਦਾਜ, ਕਿ ਉਹ ਕੋਈ ਡੌਰੀ ਨਹੀਂ ਮੰਗ ਰਿਹਾ, ਤਾਂ ਆਪਾਂ ਨੂੰ ਉਹਦੀ ਪ੍ਰਪੋਜ਼ਲ ਮੰਨ ਲੈਣੀ ਚਾਹੀਦੀ ਹੈ। ਤਾਂ ਹੁਣ ਇੱਥੋਂ ਸਾਨੂੰ ਥੋੜਾ ਜਿਹਾ ਕਲੀਅਰ ਹੁੰਦਾ ਹੈ ਕਿ ਇਹ ਭੋਲੀ ਦੇ ਵਿਆਹ ਦੀਆਂ ਗੱਲਾਂ ਹੋ ਰਹੀਆਂ। ਹਾਂ ਠੀਕ ਹੈ, ਬਟ ਹੀ ਇਜ਼ ਨੋਟ ਸੋ ਯੰਗ। ਪਰ ਉਹ ਯੰਗ ਤਾਂ ਹੈ ਨਹੀਂ। ਹੀ ਆਲਮੋਸਟ ਦਾ ਸੇਮ ਏਜ ਐਜ਼ ਆਈ ਐਮ। ਜਿੰਨੀ ਮੇਰੀ ਏਜ ਹੈ ਉਨੀ ਕੁ ਉਹਦੀ ਏਜ ਹੈ। ਐਂਡ ਹੀ ਆਲਸੋ ਲਿੰਪਸ। ਲਿੰਪਸ ਦਾ ਮਤਲਬ ਲੰਗੜਾ ਕੇ ਤੁਰਦਾ। ਤੇ ਇਸ ਤੋਂ ਇਲਾਵਾ ਉਹਦੇ ਤਾਂ ਜਿਹੜੀ ਪਹਿਲੀ ਵਾਈਫ ਹੈ ਉਹਦੇ ਤੋਂ ਬੱਚੇ ਵੀ ਨੇ, ਉਹ ਵੱਡੇ ਵੀ ਹੋ ਗਏ, ਗਰੋਨ ਅਪ ਹੋ ਗਏ, ਵੱਡੇ ਹੋ ਗਏ ਇੰਨੇ, ਮਤਲਬ ਉਹਦੇ ਬੱਚੇ ਇੱਕ ਵਿਆਹ ਪਹਿਲਾਂ ਹੋਇਆ ਤੇ ਬੱਚੇ ਉਹਦੇ ਵੱਡੇ ਨੇ। ਹੁਣ ਦੇਖੋ ਵਾਈਫ ਕੀ ਕਹਿੰਦੀ ਹੈ ਰਾਮ ਲਾਲ ਦੀ, ਸੋ ਵਾਟ ਡਜ਼ ਇਟ ਮੈਟਰ, ਕੀ ਹੋਇਆ? ਹੁਣ ਇਹ ਜਿਹੜਾ ਆਪਾਂ ਪੰਜਾਬੀ 'ਚ ਬਹੁਤ ਬੋਲਦੇ ਹਾਂ ਜੀ, ਇਹ ਆਪਾਂ ਕਿਸੇ ਨਾਲ ਗੱਲ ਕਰ ਰਹੇ ਹੋਈਏ, ਆਪਾਂ ਕਹਿੰਦੇ ਹਾਂ ਵੀ ਆਹ ਹੋ ਗਿਆ, ਕੀ ਹੋ ਗਿਆ ਫਿਰ? ਕੀ ਹੋ ਗਿਆ ਫਿਰ ਨਾ? ਉਹਦੀ ਇੰਗਲਿਸ਼ ਕੀ ਹੁੰਦੀ ਹੈ? ਸੋ ਵਾਟ ਡਜ਼ ਇਟ ਮੈਟਰ। ਤਾਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਬੇਟਾ, ਇਹ ਛੋਟੇ ਛੋਟੇ ਸੈਂਟੈਂਸਿਸ ਤੁਸੀਂ ਜ਼ਰੂਰ ਆਪਣੀ ਰੋਜ਼ਾਨਾ ਦੀ ਬੋਲਚਾਲ 'ਚ ਸ਼ਾਮਿਲ ਕਰੋ। ਇਹ ਹਰ ਇੱਕ ਚੈਪਟਰ ਦੇ ਵਿੱਚ ਹੁੰਦੇ ਨੇ। ਮੈਂ ਹਮੇਸ਼ਾ ਆਪਣੇ ਬੱਚਿਆਂ ਨੂੰ ਐਨਕਰੇਜ ਕਰਦਾ ਹੁੰਦਾ ਕਿ ਜਿਹੜੇ ਸੈਂਟੈਂਸਿਸ ਨੇ ਇਹਨਾਂ ਨੂੰ ਤੁਸੀਂ ਨਾ, ਪੰਜਾਬੀ 'ਚ ਤਾਂ ਆਪਾਂ ਬੋਲਦੇ ਹੀ ਹੈ ਨਾ, ਲੇਕਿਨ ਆਪਾਂ ਇੰਗਲਿਸ਼ ਬੋਲਣਾ ਸਿੱਖੋ। ਇਹਦੇ ਨਾਲ ਸਾਨੂੰ ਥੋੜ੍ਹਾ ਜਿਹਾ ਸਾਡੀ ਹੈਜ਼ੀਟੇਸ਼ਨ ਮੁੱਕੇਗੀ। ਨਾਓ ਹਿਜ਼ ਵਾਈਫ ਰਿਪਲਾਈਡ 45 ਔਰ 50, 45 ਦਾ ਹੋਇਆ 50 ਦਾ ਹੋਇਆ, ਬੰਦਿਆਂ ਦੀ ਏਜ ਦਾ ਕੀ ਫਰਕ ਪੈਂਦਾ ਹੈ? ਬੰਦੇ ਬੁੱਢੇ ਨਹੀਂ ਹੁੰਦੇ। ਕਹਿੰਦੀ ਵੀ ਆਰ ਲੱਕੀ ਦੈਟ ਹੀ ਇਜ਼ ਫਰੋਮ ਅਨਦਰ ਵਿਲੇਜ। ਕਹਿੰਦੇ ਹੁਣ ਜਿਹੜੀ ਅਸਲੀ ਗੱਲ ਤਾਂ ਇਹ ਹੈ ਕਿ ਉਹ ਇੱਕ ਹੋਰ ਪਿੰਡ ਤੋਂ ਹੈ, ਤੇ ਸਾਨੂੰ ਕੋਈ ਆਪਣੀ ਭੋਲੀ ਨੂੰ ਵੀ ਦੇਖ ਲਓ। ਉਹ ਕਹਿੰਦੇ ਉਹ ਉਸਦੇ ਚਿਹਰੇ ਦੇ ਉੱਪਰ ਪੋਕ ਮਾਰਕਸ ਨੇ, ਤੇ ਉਹ ਲੈਕ ਆਫ ਸੈਂਸ ਹੈ, ਬੋਲਣ ਚੱਲਣ ਦਾ ਉਹਨੂੰ ਜ਼ਿਆਦਾ ਪਤਾ ਨਹੀਂ ਹੈ, ਚਿਹਰਾ ਉਹਦਾ ਕੋਈ ਬਹੁਤਾ ਸੋਹਣਾ ਨਹੀਂ ਹੈ, ਤੇ ਜੇ ਆਪਾਂ ਉਹਦੀ ਪ੍ਰਪੋਜ਼ਲ ਐਕਸੈਪਟ ਨਾ ਕਰੀ ਤੇ ਉਹ ਸਾਰੀ ਉਮਰ ਜਿਹੜੀ ਹੈ ਉਹ ਕੁਆਰੀ ਰਹੂਗੀ। ਯੈਸ, ਕਹਿੰਦੇ ਹਾਂ, ਪਰ ਭੋਲੀ ਕੀ ਕਹੂਗੀ? ਕਹਿੰਦੇ ਭੋਲੀ ਨੇ ਕੀ ਕਹਿਣਾ? ਵਿਲ ਦੈਟ ਵਿਟਲੈਸ ਵਨ ਸੇ? ਨੋ, ਵਿਟਲੈਸ ਇੱਕ ਵਰਡ ਆਇਆ ਜੀ। ਵਿਟਲੈਸ ਦਾ ਮਤਲਬ ਜਿਹਨੂੰ ਨਾ ਸਮਝ। ਸ਼ੀ ਇਜ਼ ਲਾਈਕ ਅ ਡਮ ਕਾਓ। ਇਹ ਜਿਹੜਾ ਵਰਡ ਹੈ ਨਾ, ਡਮ ਕਾਓ, ਇਹ ਮੈਨੂੰ ਬਹੁਤ ਹੀ ਹਰਟ ਕਰਦਾ ਜਦੋਂ ਭੋਲੀ ਬਾਰੇ ਉਹਦੀ ਮਾਂ ਬੋਲਦੀ ਹੈ ਕਿ ਸ਼ੀ ਇਜ਼ ਲਾਈਕ ਅ ਡਮ ਕਾਓ। ਕਹਿੰਦੇ ਉਹ ਤਾਂ ਗੂੰਗੀ ਗਾਂ ਹੈ। ਗੂੰਗੀ ਗਾਂ ਵਿਚਾਰੀ, ਗਾਂ ਨੂੰ ਜਿਵੇਂ ਤੁਸੀਂ ਵਿਚਾਰੇ ਕਰੋ ਉਵੇਂ ਵਿਚਾਰੀ ਕਰ ਲੈਂਦੀ ਹੈ। ਉਹ ਹੁਣ ਦੇਖੋ ਭੋਲੀ ਨੂੰ ਡਮ ਕਾਓ ਕਹਿ ਰਹੇ ਨੇ। ਉਸਦੀ ਸਗੀ ਮਾਂ ਆਪਣੀ ਕੁੜੀ ਦੇ ਬਾਰੇ ਇਹ ਵਿਚਾਰ ਰੱਖਦੀ ਹੈ। ਮੇ ਬੀ ਯੂ ਆਰ ਰਾਈਟ, ਮਟਰਡ ਰਾਮ ਲਾਲ। ਹੁਣ ਰਾਮ ਲਾਲ ਮੰਨ ਜਾਂਦਾ ਹੈ, ਕਹਿੰਦਾ ਹਾਂ, ਮਟਰਡ ਦਾ ਮਤਲਬ ਹੌਲੀ ਜਿਹਾ ਕਹਿੰਦਾ ਵੀ ਹਾਂ ਠੀਕ ਹੈ, ਤੂੰ ਸਹੀ ਕਹਿੰਦੀ ਹੈ। ਤੇ ਹੁਣ ਇਹਨਾਂ ਦੋਨਾਂ ਨੂੰ ਇਹ ਨਹੀਂ ਪਤਾ ਕਿ ਵਰਾਂਡੇ ਦੇ ਵਿੱਚ ਭੋਲੀ ਆਪਣੀ ਚਾਰਪਾਈ ਦੇ ਉੱਪਰ, ਆਪਣੇ ਮੰਜੇ ਦੇ ਉੱਪਰ ਜਾਗੀ ਹੋਈ ਹੈ, ਸੋਈ ਨਹੀਂ ਹੋਈ। ਐਂਡ ਸ਼ੀ ਇਜ਼ ਲਿਸਨਿੰਗ ਟੂ ਹਰ ਪੇਰੈਂਟਸ ਵਿਸਪਰਡ ਕਨਵਰਸੇਸ਼ਨ। ਕਿ ਆਪਣੇ ਪੇਰੈਂਟਸ ਦੀਆਂ ਜਿਹੜੀਆਂ ਹੌਲੀ ਹੌਲੀ ਇੱਕ ਦੂਜੇ ਨਾਲ ਵਿਸਪਰਡ ਕਨਵਰਸੇਸ਼ਨ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਬਹੁਤ ਹੀ ਹੌਲੀ ਹੌਲੀ ਬੋਲਦੇ ਹਾਂ, ਕੰਨਾਂ 'ਚ ਹੈ ਨਾ ਕਾਨਾਫੂਸੀ ਜੀ ਕਰਦੇ, ਉਹਨੂੰ ਕਹਿੰਦੇ ਆ ਕਿ ਉਹ ਸੁਣ ਰਹੀ ਹੈ। ਹੁਣ ਬਿਸ਼ੰਬਰ ਨਾਥ ਜਿਹੜਾ ਹੈ, ਇਸ ਦੇ ਬਾਰੇ ਦੱਸਿਆ ਗਿਆ ਕਿ ਹੈ ਕੌਣ ਹੈ। ਹੀ ਵਾਜ਼ ਅ ਵੈਲ ਟੂ ਡੂ ਗਰੋਸਰ। ਜਿਵੇਂ ਆਪਣਾ ਜਿਹੜਾ ਦੁਕਾਨਦਾਰ ਹੁੰਦਾ ਹੈ, ਇਸ ਤਰ੍ਹਾਂ ਦਾ ਹੈ ਜੋ ਸਾਰੀਆਂ ਚੀਜ਼ਾਂ ਰੱਖਦਾ ਆਪਣੇ ਕੋਲੇ। ਹੀ ਕੇਮ ਵਿਦ ਅ ਬਿਗ ਪਾਰਟੀ ਆਫ ਫਰੈਂਡਸ। ਲਓ ਜੀ, ਵੈਡਿੰਗ ਦਾ ਡੇ ਆ ਗਿਆ। ਵੈਡਿੰਗ ਰੱਖੀ ਗਈ ਭੋਲੀ ਦੀ, ਤੇ ਵੈਡਿੰਗ ਦਿਨ ਬਹੁਤ ਹੀ ਵੱਡੀ ਪਾਰਟੀ ਦੇ ਨਾਲ ਬਰਾਤ ਲੈ ਕੇ ਆ ਗਿਆ ਜੀ। ਬਰਾਸ ਬੈਂਡ ਇੱਕ ਪਪੂਲਰ ਟਿਊਨ ਵਜਾ ਰਿਹਾ ਇੰਡੀਅਨ ਫਿਲਮ ਦੀ। ਤੁਹਾਨੂੰ ਪਤਾ ਸਾਡੇ ਫਿਲਮਾਂ ਦੇ ਗਾਣੇ ਬੜੇ ਚੱਲਦੇ ਨੇ ਜੀ ਵਿਆਹਾਂ ਸ਼ਾਦੀਆਂ 'ਤੇ। ਅੱਜ ਕੱਲ੍ਹ ਤਾਂ ਵੈਸੇ ਬਰਾਸ ਬੈਂਡ ਹੈ ਜਿਹੜੇ ਇਹ ਵੈਸੇ ਘੱਟ ਗਏ, ਪਰ ਅੱਜ ਤੋਂ 10 ਕੁ ਸਾਲ ਪਹਿਲਾਂ, 10-15 ਸਾਲ ਪਹਿਲਾਂ ਬਰਾਸ ਬੈਂਡ ਬਹੁਤ ਚੱਲਦਾ ਸੀਗਾ ਵਿਆਹਾਂ 'ਚ। ਉਹ ਵੱਡੇ ਵੱਡੇ ਭੋਂਪੂ ਜਿਹੇ ਹੁੰਦੇ ਸੀਗੇ, ਤੇ ਅੱਜ ਕੱਲ੍ਹ ਤਾਂ ਮਿਲਟਰੀ ਬੈਂਡ ਚੱਲ ਪਏ ਹੈ ਨਾ ਜੀ। ਤੇ ਚਲੋ, ਤੇ ਇੱਕ ਡੈਕੋਰੇਟਿਡ ਹੋਰਸ ਤੇ ਆਇਆ, ਘੋੜੇ ਤੇ ਆਇਆ ਜੀ, ਡੈਕੋਰੇਟਿਡ ਹੋਰਸ। ਇਹ ਵੀ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਕਿਸ ਤੇ ਬੈਠ ਕੇ ਆਇਆ ਸੀਗਾ ਬਿਸ਼ੰਬਰ ਨਾਲ। ਡੈਕੋਰੇਟਿਡ ਮਤਲਬ ਬੜਾ ਸਜਾਇਆ ਹੋਇਆ ਘੋੜਾ ਉਸਨੇ। ਤੇ ਰਾਮ ਲਾਲ ਇਹ ਦੇਖ ਕੇ ਸੱਚ ਪੌਂਪ ਐਂਡ ਸਪਲੈਂਡਰ, ਪੌਂਪ ਸ਼ਾਨੋ ਸ਼ੌਕਤ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ, ਪੌਂਪ ਐਂਡ ਸਪਲੈਂਡਰ, ਸ਼ਾਨੋ ਸ਼ੌਕਤ ਦੇਖ ਕੇ ਬੜਾ ਰਾਮ ਲਾਲ ਓਵਰਜੋਇਡ ਹੋ ਜਾਂਦਾ, ਖੁਸ਼ ਹੋ ਜਾਂਦਾ ਵੀ ਵਾਹ, ਮੇਰੀ ਕੁੜੀ ਦਾ ਵਿਆਹ ਦੇਖੋ ਕਿੰਨਾ ਵਧੀਆ ਹੋ ਰਿਹਾ।
ਉਹਨੇ ਕਦੇ ਨਹੀਂ ਸੀ ਸੋਚਿਆ ਕਿ ਉਹਦੀ ਚੌਥੀ ਜਿਹੜੀ ਕੁੜੀ ਹੈ ਉਹਦੀ ਸੱਚ ਆ ਗ੍ਰੈਂਡ ਵੈਡਿੰਗ ਹੋਏਗੀ, ਗ੍ਰੈਂਡ ਵੈਡਿੰਗ, ਸ਼ਾਨਦਾਰ ਵਿਆਹ ਹੋਏਗਾ, ਪਤਾ ਨਹੀਂ ਸੀਗਾ। ਈਵਨ ਕਿ ਜਿਹੜੀਆਂ ਉਹਦੀਆਂ ਵੱਡੀਆਂ ਤਿੰਨੇ ਸਿਸਟਰ ਚੰਪਾ, ਮੰਗਲਾ, ਉਹ ਸਾਰੀਆਂ ਆਈਆਂ ਹੋਈਆਂ ਸੀਗੀਆਂ ਤੇ ਉਹ ਦੇਖ ਕੇ ਬੜੀਆਂ ਐਨਵੀਅਸ ਆਫ ਹਰ ਲੱਕ। ਐਨਵੀਅਸ, ਐਨਵੀ ਦਾ ਮਤਲਬ ਹੁੰਦਾ ਜੀ ਜਿਵੇਂ ਆਪਾਂ ਕਿਸ ਤੋਂ ਈਰਸ਼ਾ ਕਰਨਾ, ਈਰਖਾ ਕਰਨਾ। ਤਾਂ ਉਹ ਉਹਨੂੰ ਬੜੀ ਈਰਖਾ ਹੁੰਦੀ ਹੈ ਕਿ ਸਾਡੇ ਵਿਆਹ ਤਾਂ ਬੜੇ ਸਾਦੇ ਜਿਹੇ ਹੋਏ ਸੀ, ਲੈ ਭੋਲੀ ਦਾ ਵਿਆਹ ਹੈ ਇਹੋ ਜਿਹਾ ਹੋ ਰਿਹਾ ਹੈ। ਤਾਂ ਉਹੀ ਉਹਨੂੰ ਬੜਾ ਇਹ ਮਹਿਸੂਸ ਹੁੰਦਾ ਹੈ। ਚਲੋ ਜੀ, ਆਸਪੀਸ਼ੀਅਸ ਮੂਵਮੈਂਟ ਆਉਂਦਾ ਹੈ। ਆਸਪੀਸ਼ੀਅਸ ਮੂਵਮੈਂਟ ਦਾ ਮਤਲਬ ਹੁੰਦਾ ਹੈ ਜੋ ਬਹੁਤ ਹੀ ਮਤਲਬ ਅਣਮੁੱਲਾ ਸਮਾਂ, ਠੀਕ ਹੈ ਉਹ ਆਉਂਦਾ ਹੈ। ਤੇ ਪ੍ਰੀਸਟ ਕਹਿੰਦਾ ਬ੍ਰਿੰਗ ਦਾ ਬ੍ਰਾਈਡ। ਬ੍ਰਾਈਡਗਰੂਮ ਪਹਿਲਾਂ ਆਇਆ ਸੀ, ਬ੍ਰਾਈਡ ਹੈ ਮਤਲਬ ਕਿ ਲਾੜੀ ਨੂੰ ਲੈ ਕੇ ਆਓ। ਤਾਂ ਭੋਲੀ ਨੇ ਰੈੱਡ ਸਿਲਕ ਦੀ ਸਾੜੀ ਪਾਈ ਹੋਈ ਹੈ ਤੇ ਉਹ ਜਿਹੜੀ ਹੈ ਬ੍ਰਾਈਡ ਪਲੇਸ ਨੀਅਰ ਦਾ ਸੈਕਰੇਡ ਫਾਇਰ, ਜੋ ਆਪਾਂ ਸੈਕਰੇਡ ਫਾਇਰ ਜੋ ਹਵਨ ਹੁੰਦਾ ਹੈ, ਜੋ ਮਤਲਬ ਜਿੱਥੇ ਲਾਵਾਂ ਫੇਰੇ ਹੁੰਦੇ ਹੈ, ਮਤਲਬ ਫੇਰੇ ਹੁੰਦੇ ਆ ਉੱਥੇ ਉਸ ਨੂੰ ਲੈ ਕੇ ਆਇਆ ਜਾਂਦਾ ਹੈ। ਗਾਰਲੈਂਡ ਦਾ ਬ੍ਰਾਈਡ, ਹੁਣ ਕਹਿੰਦੇ ਜੀ ਵਰਮਾਲਾ ਪਾਓ, ਬਿਸ਼ੰਬਰ ਨਾਥ ਦਾ ਫਰੈਂਡ ਉਹਨੂੰ ਕਹਿੰਦਾ। ਤਾਂ ਬ੍ਰਾਈਡਗਰੂਮ ਜਿਹੜਾ ਹੈਗਾ ਉਹ ਯੈਲੋ ਮੈਰੀਗੋਲਡਸ, ਯੈਲੋ ਮੈਰੀਗੋਲਡਸ ਜਿਹੜੇ ਹੈਗੇ ਆ ਪੀਲੇ ਰੰਗ ਦੇ ਫੁੱਲ ਹੈ, ਉਹਨਾਂ ਦੀ ਬਣੀ ਹੋਈ ਵਰਮਾਲਾ ਜਿਹੜਾ ਹੈ ਉਹ ਲਿਫਟ ਕਰਦਾ ਹੈ। ਇੱਕ ਔਰਤ ਹੈ, ਉਹ ਸਿਲਕਨ ਵੀਲ ਦਾ ਮਤਲਬ ਘੁੰਗਟ, ਠੀਕ ਹੈ, ਕਿਉਂਕਿ ਸਿਲਕ ਦੀ ਸਾੜੀ ਪਾਈ ਹੋਈ ਹੈ ਤਾਂ ਉਹ ਘੁੰਗਟ 'ਚ ਹੈਗੀ ਹੈ ਭੋਲੀ, ਬ੍ਰਾਈਡ ਦਾ ਫੇਸ ਉਹ ਹਟਾਉਂਦੀ ਹੈ। ਤਾਂ ਬਿਸ਼ੰਬਰ ਜਿਹੜਾ ਹੈ ਇੱਕ ਕੁਇਕ ਗਲਾਂਸ, ਉਸ ਨੂੰ ਤੇਜ਼ ਇੱਕਦਮ ਮਤਲਬ ਨਜ਼ਰ ਪੈਂਦੀ ਹੈ ਬਿਸ਼ੰਬਰ ਦੀ ਭੋਲੀ ਤੇ। ਤਾਂ ਗਾਰਲੈਂਡ ਰਿਮੇਨਡ ਪੋਇਜ਼ਡ ਇਨ ਹਰ ਹੈਂਡਸ, ਤਾਂ ਉਹਦਾ ਜਿਹੜਾ ਵਰਮਾਲਾ ਪਹਿਨਾਉਣ ਲਈ ਹੱਥ ਉੱਠਿਆ ਹੁੰਦਾ ਉੱਥੇ ਹੀ ਰਹਿ ਜਾਂਦਾ ਹੈ, ਠੀਕ ਹੈ। ਦਾ ਬ੍ਰਾਈਡ ਸਲੋਲੀ ਪੁਲ ਡਾਊਨ ਦਾ ਵੀਲ ਓਵਰ ਹਰ ਫੇਸ, ਤਾਂ ਬ੍ਰਾਈਡ ਜਿਹੜੀ ਹੈ ਹੌਲੀ ਹੌਲੀ ਆਪਣੀ ਫੇਸ ਜਿਹੜਾ ਹੈ ਉਹ ਘੁੰਗਟ ਪਰਾਂ ਕਰਦੀ ਹੈ। ਹੈਵ ਯੂ ਸੀਨ ਹਰ, ਬਿਸ਼ੰਬਰ ਆਪਣੇ ਫਰੈਂਡ ਨੂੰ ਕਹਿੰਦਾ ਕਿ ਤੂੰ ਦੇਖਿਆ ਉਹਦਾ ਤਾਂ ਜਿਹੜਾ ਫੇਸ ਹੈ ਉਹ ਪੂਰਾ ਪੋਕ ਮਾਰਕਸ ਨਾਲ ਭਰਿਆ ਹੋਇਆ ਹੈ, ਚੇਚਕ ਦੇ ਦਾਗਾਂ ਨਾਲ ਪੂਰਾ ਭਰਿਆ ਹੋਇਆ ਹੈ। ਹੁਣ ਉਹਦਾ ਫਰੈਂਡ ਕਹਿੰਦਾ ਫੇਰ ਕੀ, ਸੋ ਵਟ, ਯੂ ਆਰ ਨੋਟ ਯੰਗ ਈਦਰ, ਤੂੰ ਕਿਹੜਾ ਇੱਥੇ ਬਹੁਤ ਹੀ ਜ਼ਿਆਦਾ ਯੰਗ ਹੈ। ਮੇ ਬੀ ਹੋ ਸਕਦਾ, ਪਰ ਜੇ ਮੈਂ ਮੈਰੀ ਉਸ ਨਾਲ ਕਰ ਰਿਹਾ ਤਾਂ ਜੇ ਮੈਂ ਉਸ ਨਾਲ ਵਿਆਹ ਕਰਾਊਂਗਾ ਤਾਂ ਉਸ ਦਾ ਫਾਦਰ ਮਸਟ ਗਿਵ ਮੀ 5000 ਰੁਪੀਜ਼। ਹੁਣ ਜੀ ਸ਼ਰਤ ਰੱਖ ਦਿੰਦਾ ਭੋਲੀ ਦਾ ਚਿਹਰਾ ਦੇਖ ਕੇ ਕਿ ਮੈਨੂੰ 5000 ਰੁਪਏ ਦਿਓ, ਯਾਨੀ ਕਿ ਇੱਕ ਤਰ੍ਹਾਂ ਦਾ ਦਾਜ ਮੰਗ ਲੈਂਦਾ ਉੱਥੇ, ਉਹ 5000 ਦਿਓ ਤਾਂ ਮੈਂ ਵਿਆਹ ਕਰਾਊਂਗਾ। ਰਾਮ ਲਾਲ ਜਾਂਦਾ ਹੈ ਤੇ ਆਪਣੀ ਟਰਬਨ ਜਿਹੜੀ ਹੈ, ਆਪਣੀ ਪਗੜੀ, ਆਪਣੀ ਇੱਜ਼ਤ ਬਿਸ਼ੰਬਰ ਦੇ ਫੀਟ ਤੇ ਰੱਖ ਦਿੰਦਾ ਹੈ। ਡੂ ਨਾਟ ਹਿਊਮੀਲੀਏਟ ਮੀ ਸੋ, ਮੈਨੂੰ ਇੰਨਾ ਜ਼ਿਆਦਾ ਤੂੰ ਹਿਊਮੀਲੀਏਟ ਨਾ ਕਰ। ਹਿਊਮੀਲੀਏਟ ਦਾ ਮਤਲਬ ਮੈਨੂੰ ਮੇਰੀ ਇੰਨੀ ਬੇਇੱਜ਼ਤੀ ਨਾ ਕਰ। ਟੇਕ 2000 ਰੁਪੀਜ਼, 2000 ਰੁਪਏ ਲੈ ਲੈ, ਮੇਰੇ ਕੋਲ 2000 ਰੁਪਏ ਨਹੀਂ, ਉਹ ਲੈ ਲੈ। ਨਹੀਂ 5000, ਨਹੀਂ ਅਸੀਂ ਚੱਲੇ, ਆਪਣੀ ਕੁੜੀ ਨੂੰ ਰੱਖ ਤੇ ਦੇਖ ਲੈ ਜੇ ਅਸੀਂ ਵਾਪਸ ਚਲੇ ਗਏ ਤਾਂ ਆਈ ਕੈਨ ਬੀ ਅ ਲਿਟਲ ਹੁਣ ਉਹਦਾ ਫਾਦਰ ਕਹਿ ਰਿਹਾ ਭੋਲੀ ਦਾ, ਕਹਿੰਦੇ ਮੈਂ ਆਪਣੀ ਪਿੰਡ 'ਚ ਚਿਹਰਾ ਕਿਵੇਂ ਦਿਖਾਊਂਗਾ ਜੇ ਤੁਸੀਂ ਐਵੇਂ ਚਲੇ ਗਏ। ਦੈਨ ਆਊਟ ਵਿਥ 5000, 5000 ਰੁਪਏ ਲੈ ਕੇ ਆ। ਹੁਣ ਜਿਹੜੀਆਂ ਟੀਅਰਸ ਸਟ੍ਰੀਮਿੰਗ ਡਾਊਨ ਹਿਸ ਫੇਸ, ਰਾਮ ਲਾਲ ਵਿਚਾਰਾ ਰੋ ਪੈਂਦਾ ਹੈ, ਉਸਦੇ ਅੱਖਾਂ 'ਚੋਂ ਹੰਝੂ ਆ ਜਾਂਦੇ ਆ। ਆਪਣੀ ਤਿਜੋਰੀ ਖੋਲਦਾ ਤੇ ਨੋਟ ਕੱਢਦਾ ਤੇ 5000 ਦਾ ਬੰਡਲ ਬ੍ਰਾਈਡ ਗਰੂਮ ਦੇ ਫੀਟ ਤੇ ਰੱਖ ਦਿੰਦਾ। ਮਤਲਬ ਬ੍ਰਾਈਡ ਗਰੂਮ ਕੌਣ ਹੈ ਇੱਥੇ, ਬਿਸ਼ੰਬਰ ਨਾਥ ਹੈ, ਉਸ ਦੇ ਪੈਰਾਂ ਤੇ ਰੱਖ ਦਿੰਦਾ। ਉਸ ਤੋਂ ਬਾਅਦ ਫਿਰ ਜਦੋਂ ਰਾਮ ਲਾਲ ਬਿਸ਼ੰਬਰ ਦੇ ਪੈਰਾਂ 'ਚ 5000 ਰੁਪਏ ਦੀ ਗੱਥੀਆਂ ਰੱਖ ਦਿੰਦਾ ਹੈ ਤਾਂ ਬਿਸ਼ੰਬਰ ਦਾ ਜਿਹੜਾ ਚਿਹਰਾ ਹੈ, ਦੇਖੋ ਗ੍ਰੀਡੀ ਫੇਸ, ਉਸਦਾ ਜਿਹੜਾ ਇੱਕ ਲਾਲਚੀ ਚਿਹਰਾ ਸਾਡੇ ਸਾਹਮਣੇ ਆਉਂਦਾ ਹੈ ਤੇ ਉਸ ਤੇ ਇੱਕ ਸਮਾਈਲ ਆਉਂਦੀ ਹੈ। ਉਹ ਸਮਾਈਲ ਕਿਹੜੀ ਹੈ, ਟਰਾਇੰਫੈਂਟ ਸਮਾਈਲ ਨਾ। ਟਰਾਇੰਫ ਦਾ ਮਤਲਬ ਹੁੰਦਾ ਬੇਟਾ ਜਦੋਂ ਕੋਈ ਬੰਦਾ ਜਿੱਤਦਾ, ਮੰਨ ਲਓ ਦੋ ਫੌਜਾਂ ਲੜ ਰਹੀਆਂ ਹੁਣ ਆਪਸ 'ਚ, ਇੱਕ ਫੌਜ ਜਿੱਤ ਜੇ ਤਾਂ ਅਸੀਂ ਕਹਿੰਦੇ ਹਾਂ ਕਿ ਉਸ ਜਿੱਤਣ ਨੂੰ ਅਸੀਂ ਟਰਾਇੰਫ ਕਹਿੰਦੇ ਹਾਂ। ਟਰਾਇੰਫ ਤੋਂ ਵਰਡ ਬਣਦਾ ਹੈ ਟਰਾਇੰਫੈਂਟ, ਜੋ ਐਡਜੈਕਟਿਵ ਹੈ। ਤੇ ਇਸ ਤਰ੍ਹਾਂ ਦੀ ਇੱਕ ਜਿੱਤ ਦੀ ਸਮਾਈਲ ਉਹਦੇ ਚਿਹਰੇ ਤੇ ਆਉਂਦੀ ਕਿ ਦੇਖੋ ਮੈਂ 5000 ਰੁਪਏ ਦਾ ਦਾਜ ਮੰਗਿਆ, ਮੈਨੂੰ ਮਿਲ ਗਿਆ। ਹੀ ਹੈਡ ਗੈਂਬਲਡ, ਦੇਖੋ ਇਹ ਲਾਈਨ ਲਿਖੀ ਹੋਈ, ਉਹਨੇ ਇੱਕ ਜੂਆ ਖੇਡਿਆ ਸੀ। ਹੀ ਹੈਡ ਗੈਂਬਲਡ, ਗੈਂਬਲ ਦਾ ਮਤਲਬ ਜੂਆ, ਤੇ ਉਹ ਜਿੱਤ ਗਿਆ। ਨਾਓ ਗਿਵ ਮੀ ਦਾ ਗਾਰਲੈਂਡ, ਦੇਖੋ ਹੁਣ ਉਹਨੂੰ ਕੋਈ ਪ੍ਰੋਬਲਮ ਨਹੀਂ, ਉਹਨੂੰ ਉਸ ਲੜਕੀ ਨਾਲ ਵਿਆਹ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈ ਜਿਸ ਦੇ ਚਿਹਰੇ ਤੇ ਪੋਕ ਮਾਰਕਸ ਨੇ, ਜੋ ਦੇਖਣ 'ਚ ਸੋਹਣੀ ਨਹੀਂ ਹੈ। ਬਸ ਉਹਨੂੰ 5000 ਮਿਲ ਗਏ, ਮਤਲਬ ਉਹਨੇ ਪੈਸੇ ਨਾਲ ਵਿਆਹ ਕਰਾਇਆ, ਭੋਲੀ ਨਾਲ ਵਿਆਹ ਨਹੀਂ ਕਰਾ ਰਿਹਾ। ਇੱਥੋਂ ਪਤਾ ਲੱਗਦਾ ਕਿ ਉਹ ਕਿੰਨਾ ਲਾਲਚੀ ਬੰਦਾ। ਹੁਣ ਇੱਕ ਵਾਰੀ ਫੇਰ ਜਿਹੜੀ ਹੈ ਵੀਲ ਹੈ,
ਜਿਹੜਾ ਉਹੀ ਘੁੰਗਟ ਹੈ ਉਹ ਬ੍ਰਾਈਡ ਦੇ ਫੇਸ ਤੋਂ ਇੱਕ ਸਲਿਪ ਹੁੰਦਾ, ਇੱਕ ਪਾਸੇ ਜਾਂਦਾ ਹੈ। ਪਰ ਹੁਣ ਦੇਖੋ ਦਿਸ ਟਾਈਮ ਹਰ ਆਈਜ਼, ਹਰ ਦਾ ਮਤਲਬ ਇੱਥੇ ਭੋਲੀ ਨੂੰ ਕਿਹਾ ਗਿਆ। ਭੋਲੀ ਦਾ ਘੁੰਗਟ ਪਹਿਲਾਂ ਵੀ ਉਠਾਇਆ ਗਿਆ ਸੀ ਪਰ ਉਸ ਟਾਈਮ ਉਹਦੀਆਂ ਆਈਜ਼ ਡਾਊਨ ਸੀਗੀਆਂ, ਲੇਕਿਨ ਇਸ ਵਾਰੀ ਉਸ ਦੀਆਂ ਆਈਜ਼ ਵਰ ਨੋ ਡਾਊਨਕਾਸਟ, ਉਹ ਨੀਚੇ ਨਹੀਂ ਹੈਗੀਆਂ। ਸ਼ੀ ਵਾਜ਼ ਲੁਕਿੰਗ ਅਪ, ਹੁਣ ਉਹ ਉੱਪਰ ਦੇਖ ਰਹੀ ਹੈ। ਪਿਛਲੀ ਵਾਰੀ ਭੋਲੀ ਨੇ ਮਰਿਆਦਾ ਨੂੰ ਰੱਖਦੇ ਹੋਏ ਆਪਣੇ ਪਤੀ ਹੋਣ ਵਾਲੇ ਪਤੀ ਨੂੰ ਨਹੀਂ ਦੇਖਿਆ, ਲੇਕਿਨ ਹੁਣ ਉਹ ਉੱਪਰ ਦੇਖ ਰਹੀ ਹੈ, ਆਪਣੇ ਪਤੀ ਦੀਆਂ ਨਜ਼ਰਾਂ 'ਚ ਨਜ਼ਰਾਂ ਮਿਲਾ ਕੇ ਉਸ ਨਾਲ ਗੱਲ ਕਰ ਰਹੀ ਹੈ, ਲੁਕਿੰਗ ਸਟ੍ਰੇਟ ਐਟ ਹਰ ਪ੍ਰੋਸਪੈਕਟਿਵ ਹਸਬੈਂਡ, ਪ੍ਰੋਸਪੈਕਟਿਵ ਹੋਣ ਵਾਲਾ ਭਾਵੀ ਪਤੀ, ਭਾਵੀ ਪਤੀ ਨੂੰ ਦੇਖ ਰਹੀ ਹੈ। ਤੇ ਉਸਦੀਆਂ ਆਈਜ਼ ਦੇ ਵਿੱਚ ਦੇਖੋ ਨਾ ਤਾਂ ਗੁੱਸਾ ਹੈ ਤੇ ਨਾ ਹੀ ਹੇਟ ਹੈ। ਉਸਦੀਆਂ ਆਈਜ਼, ਉਸਦੀ ਆਈਜ਼ 'ਚ ਨਾ ਤਾਂ ਗੁੱਸਾ ਹੈ ਅਤੇ ਨਾ ਹੀ ਨਫ਼ਰਤ ਹੈ। ਤਾਂ ਅਸੀਂ ਦੇਖਿਆ ਕਿ ਭੋਲੀ ਦੀਆਂ ਨਜ਼ਰਾਂ ਦੇ ਵਿੱਚ ਕੀ ਹੈ ਜੀ, ਨਾ ਤਾਂ ਨੀਦਰ ਐਂਗਰ ਨੋਰ ਹੇਟ, ਨਾ ਤਾਂ ਨਫ਼ਰਤ ਹੈ ਨਾ ਹੀ ਕੋਈ ਗੁੱਸਾ ਹੈ। ਸ਼ੀ ਹੈਡ ਓਨਲੀ ਕੋਲਡ ਕੰਟੈਂਪਟ। ਇਹ ਜਿਹੜਾ ਵਰਡ ਆਇਆ ਹੈ ਕੰਟੈਂਪਟ, ਇਹ ਸਮਝਣ ਵਾਲਾ ਹੈ। ਕਈ ਬੱਚੇ ਕਹਿ ਦਿੰਦੇ ਨੇ ਕੰਟੈਂਪਟ ਦਾ ਮਤਲਬ ਨਫ਼ਰਤ, ਨਫ਼ਰਤ ਨਹੀਂ ਹੁੰਦਾ। ਕੰਟੈਂਪਟ ਦਾ ਮਤਲਬ ਹੁੰਦਾ ਹੈ ਜਦ ਆਪਾਂ ਆਪਣੀਆਂ ਨਜ਼ਰਾਂ 'ਚ ਕਿਸੇ ਪ੍ਰਤੀ ਕੋਈ ਇੱਜ਼ਤ ਨਾ ਰਹੇ, ਆਪਾਂ ਕਿਸੇ ਚੀਜ਼ ਦਾ ਆਦਰ ਨਾ ਕਰੀਏ, ਉਹਨੂੰ ਕੰਟੈਂਪਟ ਕਹਿੰਦੇ ਆ। ਤਾਂ ਹੁਣ ਉਸ ਦੀਆਂ ਨਜ਼ਰਾਂ ਦੇ ਵਿੱਚ ਆਪਣਾ ਜੋ ਪ੍ਰੋਸਪੈਕਟਿਵ ਹਸਬੈਂਡ ਹੈ ਬਿਸ਼ੰਬਰ ਨਾਥ ਹੈ, ਉਸ ਦੀ ਇੱਜ਼ਤ ਉਹ ਆਪਣੀ ਇੱਜ਼ਤ ਭੋਲੀ ਦੀ ਨਜ਼ਰਾਂ 'ਚੋਂ ਖੋ ਚੁੱਕਿਆ। ਤਾਂ ਹੁਣ ਉਸ ਨੂੰ ਕੋਈ ਪਰਵਾਹ ਨਹੀਂ ਹੈ। ਤਾਂ ਬਿਸ਼ੰਬਰ ਹੁਣ ਜਦੋਂ ਗਾਰਲੈਂਡ ਪਾਉਣ ਲਈ ਆਪਣਾ ਮਤਲਬ ਹੱਥ ਉਠਾਉਂਦਾ ਹੈ ਤੇ ਬਰਾਈਡ ਦੇ ਨੈਕ ਵੱਲ, ਗਰਦਨ ਵੱਲ ਲੈ ਕੇ ਜਾਂਦਾ ਹੈ। ਪਰ ਇਸ ਤੋਂ ਇਲਾਵਾ, ਇਸ ਤੋਂ ਪਹਿਲਾਂ ਕਿ ਉਹ ਆਪਣਾ ਗਾਰਲੈਂਡ ਭੋਲੀ ਦੇ ਪਾਵੇ, ਭੋਲੀ ਜਿਹੜੇ ਹੈ ਜਿਹੜੇ ਹੈਂਡਸ ਹੈ ਉਹ ਇੱਕਦਮ ਸਟ੍ਰੀਕ ਆਫ ਲਾਈਟਨਿੰਗ, ਬਿਲਕੁਲ ਤੁਸੀਂ ਕਹੋਗੇ ਲਾਈਟਨਿੰਗ ਦੀ ਤਰ੍ਹਾਂ, ਬਿਜਲੀ ਦੀ ਤਰ੍ਹਾਂ ਉਹ ਗਾਰਲੈਂਡ ਨੂੰ ਉਸ ਤੋਂ ਖੋ ਕੇ ਵਾਸ ਫਲੰਗ ਇਨਟੂ ਦਾ ਫਾਇਰ, ਕਿ ਉਹ ਗਾਰਲੈਂਡ ਨੂੰ ਅੱਗ ਸੁੱਟ ਦਿੰਦੀ ਹੈ, ਮਤਲਬ ਝਟਕਾ ਜਿਹਾ ਮਾਰ ਕੇ ਉਸ ਨੂੰ, ਗਾਰਲੈਂਡ ਨੂੰ ਅੱਗ ਸੁੱਟ ਜਾਂਦੀ ਹੈ। ਸ਼ੀ ਗੋਟ ਅਪ ਐਂਡ ਥਰੂ ਅਵੇ ਦਾ ਵੇਲ, ਅਤੇ ਉਹ ਖੜੀ ਹੋ ਜਾਂਦੀ ਹੈ ਤੇ ਆਪਣਾ ਘੁੰਗਟ ਇੱਕ ਪਾਸੇ ਉਹ ਵੀ ਪਰਾਂ ਕਰ ਦਿੰਦੀ ਹੈ। ਪਿਤਾ ਜੀ ਟੇਕ ਬੈਕ ਯੂਅਰ ਮਨੀ, ਆਈ ਐਮ ਨੋਟ ਗੈਟਿੰਗ ਟੂ ਮੈਰੀ ਦਿਸ ਮੈਨ। ਪਿਤਾ ਜੀ ਪੈਸੇ ਵਾਪਸ ਚੁੱਕ ਲਓ, ਮੈਂ ਇਸ ਆਦਮੀ ਨਾਲ ਸ਼ਾਦੀ ਨਹੀਂ ਕਰਾਂਗੀ। ਰਾਮ ਲਾਲ ਵਾਸ ਥੰਡਰਸਟਰਕ, ਰਾਮ ਲਾਲ ਨੂੰ ਐਂ ਲੱਗਦਾ ਜਿਵੇਂ ਉਸ ਤੇ ਆਕਾਸ਼ੀ ਬਿਜਲੀ ਗਿਰ ਗਈ ਹੋਵੇ। ਹੁਣ ਜਿਹੜੇ ਗੈਸਟ ਨੇ ਉਹ ਵਿਸਪਰ ਕਰਨ ਲੱਗ ਜਾਂਦੇ ਨੇ, ਵਿਸਪਰ ਸ਼ਬਦ ਪਹਿਲਾਂ ਵੀ ਆਇਆ, ਕਾਨਾਫੂਸੀ ਕਰ ਲੈਂਦੇ ਨੇ। ਸੋ ਸ਼ੇਮਲੈਸ, ਐਨੀ ਜ਼ਿਆਦਾ ਦੱਸ ਕੋਈ ਇਹਨੂੰ ਤਮੀਜ਼ ਹੀ ਨਹੀਂ ਹੈ, ਬਦਤਮੀਜ਼ ਲੜਕੀ, ਸੋ ਅਗਲੀ, ਨਾ ਦੇਖਣ 'ਚ ਸੋਹਣੀ, ਐਂਡ ਸੋ ਸ਼ੇਮਲੈਸ, ਅਤੇ ਐਨੀ ਬਦਤਮੀਜ਼ ਲੜਕੀ। ਭੋਲੀ ਆਰ ਯੂ ਕ੍ਰੇਜ਼ੀ, ਕ੍ਰੇਜ਼ੀ ਫੇਰ ਸ਼ਬਦ ਆ ਗਿਆ, ਤੂੰ ਪਾਗਲ ਹੋ ਗਈ। ਰਾਮ ਲਾਲ ਕਹਿੰਦਾ ਯੂ ਵਾਂਟ ਟੂ ਡਿਸਗ੍ਰੇਸ ਯੂਅਰ ਫੈਮਿਲੀ, ਹੈਵ ਸਮ ਰਿਗਾਰਡ ਫॉर ਆਵਰ ਇੱਜ਼ਤ। ਕਹਿੰਦੇ ਤੂੰ ਆਪਣੀ ਫੈਮਿਲੀ ਨੂੰ ਡਿਸਗ੍ਰੇਸ ਕਰ ਰਹੀ ਹੈ, ਤੂੰ ਬੇਇੱਜ਼ਤੀ ਕਰ ਰਹੀ ਹੈ, ਸਾਡੀ ਇੱਜ਼ਤ ਦਾ ਖਿਆਲ ਕਰ। ਦੇਖੋ ਇੱਥੇ ਸ਼ਬਦ ਇੱਜ਼ਤ ਆਇਆ, ਇੱਥੋਂ ਪਤਾ ਲੱਗਦਾ ਹੈ ਕਿ ਇਹ ਵਰਡ ਜਿਹੜਾ ਹੈ ਇਹ ਹਿੰਦੀ ਦਾ ਜਾਂ ਮੇ ਵੀ ਸ਼ਾਇਦ ਉਰਦੂ ਜਾਂ ਵਰਡ ਹੈ ਇਹ। ਤੇ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਸਟੋਰੀ ਹੈ ਕਿਸੇ ਇੰਡੀਅਨ ਨੇ ਲਿਖੀ ਹੈ, ਕਿਉਂਕਿ ਇੱਕ ਫੋਰਨਰ ਰਾਈਟਰ ਜਿਹੜਾ ਹੈ ਜੋ ਇੰਗਲਿਸ਼ ਜਾਂ ਅਮਰੀਕਨ ਹੋਣਗੇ ਉਹ ਤਾਂ ਇਹ ਵਰਡਸ ਯੂਜ਼ ਨਹੀਂ ਕਰਨਗੇ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਇੱਕ ਇੰਡੀਅਨ ਨੇ, ਨੈਚੁਰਲੀ ਕਿ ਇਹ ਅਬਾਸ ਇੰਡੀਅਨ ਨੇ, ਤਾਂ ਉਹਨਾਂ ਨੇ ਲਿਖੀ ਹੈ। ਫॉर द ਸੇਕ ਆਫ ਯੂਅਰ ਇੱਜ਼ਤ ਭੋਲੀ ਆਈ ਵਾਜ਼ ਵਿਲਿੰਗ ਟੂ ਮੈਰੀ ਦਿਸ ਲੇਮ ਓਲਡ ਮੈਨ। ਕਹਿੰਦੇ ਸਿਰਫ ਤੁਹਾਡੀ ਇੱਜ਼ਤ ਦੀ ਖਾਤਰ ਮੈਂ ਇਸ ਲੰਗੜੇ ਬੁੱਢੇ ਆਦਮੀ ਦੇ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ, ਬਟ ਮੈਂ ਇਸ ਮੀਨ, ਗ੍ਰੀਡੀ ਤੇ ਕੰਟੈਂਪਟੇਬਲ ਕਾਵਰਡ ਨੂੰ ਆਪਣਾ ਹਸਬੈਂਡ ਸਵੀਕਾਰ ਨਹੀਂ ਕਰਾਂਗੀ। ਮੀਨ ਗ੍ਰੀਡੀ, ਮੀਨ ਗ੍ਰੀਡੀ ਦਾ ਮਤਲਬ ਕਮੀਨਾ ਜਿਹਨੂੰ ਕਹਿ ਲਓ ਤੁਸੀਂ, ਜਾਂ ਜਿਹੜਾ ਬਹੁਤ ਹੀ ਕੰਜੂਸ ਹੋਵੇ। ਗ੍ਰੀਡੀ ਮਤਲਬ ਕਿ ਜਿਸ ਨੂੰ ਇੰਨਾ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਗ੍ਰੀਡੀ, ਕੰਟੈਂਪਟੇਬਲ ਜਿਸ ਨੂੰ ਘ੍ਰਿਣਾਯੋਗ, ਠੀਕ ਹੈ, ਜਿਸ ਦੇ ਪ੍ਰਤੀ ਕੋਈ ਇੱਜ਼ਤ ਨਾ ਹੋਵੇ, ਤਾਂ ਲਾਲਚੀ ਹੋਵੇ, ਇਸ ਤਰ੍ਹਾਂ ਦੇ ਹਸਬੈਂਡ ਨੂੰ, ਇਸ ਤਰ੍ਹਾਂ ਦਾ ਇਨਸਾਨ ਮੈਂ ਐਜ਼ ਅ ਹਸਬੈਂਡ ਨਹੀਂ ਸਵੀਕਾਰ ਕਰਾਂਗੀ। ਆਈ ਵੋਂਟ, ਆਈ ਵੋਂਟ, ਆਈ ਵੋਂਟ, ਆਈ ਵਿਲ ਨੋਟ ਦਾ ਸ਼ਾਰਟ ਫਾਰਮ ਵਾਂਟ ਹੋ ਜਾਂਦਾ ਹੈ ਜੀ। ਤੇ ਮੈਂ ਨਹੀਂ ਸ਼ਾਦੀ ਕਰਾਂਗੀ, ਨਹੀਂ ਕਰਾਂਗੀ, ਨਹੀਂ ਕਰਾਂਗੀ। ਜਿਵੇਂ ਆਮ ਤੌਰ ਤੇ ਅਸੀਂ ਕਹਿੰਦੇ ਨਾ, ਮੁਸਲਿਮ ਜਦੋਂ ਨਿਕਾਹ ਕਰਦੇ ਹੁੰਦੇ ਤਿੰਨ ਵਾਰੀ ਖਾਂਦੇ ਹੁੰਦੇ, ਉਹ ਤਿੰਨ ਵਾਰੀ ਕਹਿ ਦਿੰਦੀ ਆਈ ਵੋਂਟ, ਆਈ ਵੋਂਟ, ਆਈ ਵੋਂਟ, ਤਾਂ ਸ਼ਾਦੀ ਤੋਂ ਇਨਕਾਰ ਕਰ ਦਿੰਦੀ ਹੈ। ਵਾਟ ਅ ਸ਼ੇਮਲੈਸ ਗਰਲ, ਕਹਿੰਦੇ ਕਿੰਨੀ ਬਦਤਮੀਜ਼ ਲੜਕੀ ਹੈ। ਵੀ ਆਲ ਥੋਟ ਸ਼ੀ ਵਾਜ਼ ਅ ਹਾਰਮਲੈਸ ਡਮਕਾਓ। ਫੇਰ ਦੇਖੋ ਕਹਿੰਦੇ ਸਾਨੂੰ ਤਾਂ ਇਹ ਡਮਕਾਓ ਲੱਗਦੀ ਸੀਗੀ, ਐਂ ਲੱਗਦੀ ਸੀ ਗੂੰਗੀ ਗਾਂ ਜਿਹੜੀ ਕਦੇ ਬੋਲਦੀ ਨਹੀਂ, ਅੱਜ ਦੇਖੋ ਕਿੰਨਾ ਪਟਰ ਪਟਰ ਬੋਲ ਰਹੀ ਹੈ। ਤਾਂ ਹੁਣ ਜਿਹੜੀ ਭੋਲੀ ਹੈ ਉਹ ਇਹ ਸ਼ਬਦ ਕੌਣ ਕਹਿੰਦੀ ਹੈ? ਇੱਕ ਓਲਡ ਵੂਮਨ ਕਹਿੰਦੀ ਹੈ ਜੋ ਉਹਦੇ ਨੇੜੇ ਖੜੀ ਹੈ। ਤਾਂ ਹੁਣ ਭੋਲੀ ਉਹਦੇ ਵੱਲ ਦੇਖ ਕੇ ਵਾਇਲੈਂਟਲੀ
मतलब कि थोड़ी गुस्से जा के कहती है, यस आंटी ਤੁਸੀਂ ਸਹੀ ਹੋ, ਮੈਂ ਡਮ ਡਰਿਵਨ ਕਾਓ ਹੀ ਸੀ, ਤੁਸੀਂ ਇਹੀ ਸੋਚਿਆ ਨਾ, ਪਰ ਦੈਟਸ ਵਾਈ ਯੂ ਵਾਂਟਡ ਟੂ ਹੈਂਡ ਮੀ ਓਵਰ ਟੂ ਦਿਸ ਹਾਰਟਲੈਸ ਕ੍ਰੀਚਰ, ਇਸ ਜਿਹੜਾ ਜਿਹਦਾ ਕੋਈ ਬੇਦਿਲ ਇਨਸਾਨ ਹੈ, ਇਸ ਜੋ ਇਸ ਜਿਹਦਾ ਹਾਰਟ ਹੀ ਨਹੀਂ ਹੈਗੀ, ਉਹਨੂੰ ਉਹਨੂੰ ਉਹਦੇ ਨਾਲ ਮੇਰਾ ਵਿਆਹ ਕਰ ਰਹੇ ਹੋ। ਬਟ ਨਾਓ ਦਾ ਡਮ ਕਾਓ, ਦਾ ਸਟੈਮਰਿੰਗ ਫੂਲ, ਜਿਹਨੂੰ ਤੁਸੀਂ ਡਮ ਕਾਓ ਕਿਹਾ, ਸਟੈਮਰਿੰਗ ਫੂਲ ਕਿਹਾ, ਹਕਲਾਣ ਵਾਲੀ ਫੂਲ ਕਿਹਾ, ਉਹ ਅੱਜ ਬੋਲ ਰਹੀ ਹੈ। ਡੂ ਯੂ ਵਾਂਟ ਟੂ ਹੀਅਰ ਮੋਰ, ਹੋਰ ਸੁਣੇਗੀ, ਹੋਰ ਸੁਣਾਵਾਂ? ਤਾਂ ਹੁਣ ਤੁਸੀਂ ਦੇਖੋ, ਜਿਹੜੀ ਭੋਲੀ ਕਦੇ ਬੋਲਦੀ ਨਹੀਂ ਸੀ, ਠੀਕ ਹੈ, ਉਸ ਤੋਂ ਆਪਣਾ ਨਾਂ ਨਹੀਂ ਸੀ ਬੋਲਿਆ ਜਾਂਦਾ, ਤੇ ਉਹਨੇ ਜਿੰਨੀਆਂ ਵੀ ਜ਼ਿਆਦਤੀਆਂ ਉਹਦੇ ਨਾਲ ਹੋਈਆਂ ਉਹਨੂੰ ਉਹਨੇ ਬਰਦਾਸ਼ਤ ਕਰਿਆ। ਅੱਜ ਉਹੀ ਭੋਲੀ ਕਿੰਨੀ ਫਲੂਐਂਟ ਬੋਲ ਰਹੀ ਹੈ। ਦੇਖੋ ਕਿਤੇ ਵੀ ਸਾਨੂੰ ਸਟੈਮਰਿੰਗ ਨਜ਼ਰ ਨਹੀਂ ਆਉਂਦੀ, ਉਹਨੇ ਕਿੰਨੇ ਸਾਰੇ ਡਾਇਲੋਗਸ ਬੋਲੇ ਆ, ਅਸੀਂ ਉੱਪਰ ਸਾਰੇ ਪੜ੍ਹੇ ਆ, ਕਿਤੇ ਉਹ ਹਕਲਾਈ ਹੈ ਨਹੀਂ, ਕਿੰਨੀ ਫਲੂਐਂਟ ਬੋਲ ਰਹੀ ਹੈ, ਕਿੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਬੋਲ ਰਹੀ ਹੈ। ਇਹ ਸਾਰਾ ਕਿਵੇਂ ਆਇਆ ਉਹਦੇ ਅੰਦਰ, ਇਹ ਸਾਰਾ ਚੇਂਜ ਕਿਵੇਂ ਆਇਆ? ਸਕੂਲ ਜਾ ਕੇ ਟੀਚਰ ਦੀ ਮਦਦ ਨਾਲ। ਬਿਸ਼ੰਬਰ ਨਾਥ ਜਿਹੜਾ ਦੁਕਾਨਦਾਰ ਹੈ, ਉਹ ਆਪਣੇ ਪਾਰਟੀ ਨਾਲ ਵਾਪਸ ਚਲਾ ਜਾਂਦਾ ਹੈ। ਹੁਣ ਜਿਹੜੇ ਬੈਂਡਸਮੈਨ ਹੈ, ਉਹ ਜਿਹੜਾ ਬਰਾਸ ਬੈਂਡ ਲੈ ਕੇ ਜਿਹੜੇ ਉਹ ਬਰਾਤੀ ਜਿਹੜੇ ਉਹ ਆਏ ਹੋਏ ਆ ਬਾਜੇ ਵਜਾਉਣ ਵਾਲੇ, ਉਹਨਾਂ ਨੂੰ ਲੱਗਿਆ ਕਿ ਹੁਣ ਵਿਆਹ ਖਤਮ ਹੋ ਗਿਆ, ਤੇ ਉਹਨਾਂ ਨੇ ਇੱਕ ਕਲੋਜ਼ਿੰਗ ਸੌਂਗ ਜਿਹੜਾ ਲੱਗਦਾ ਹੁੰਦਾ ਜਦੋਂ ਡੋਲੀ ਵਾਪਸ ਜਾਣ ਵਾਲੀ ਹੁੰਦੀ ਹੈ, ਤਾਂ ਉਸ ਟਾਈਮ ਜਿਹੜਾ ਸੌਂਗ ਲੱਗਦਾ ਹੁੰਦਾ ਹੈ, ਤਾਂ ਉੱਦਾਂ ਦਾ ਇੱਕ ਸੌਂਗ ਲਾਤਾ ਵੀ ਹੁਣ ਸ਼ਾਇਦ ਦੁਲਹਨ ਵੀ ਜਾਊਗੀ ਵਾਪਸ। ਹੁਣ ਰਾਮ ਲਾਲ ਜਿਹੜਾ ਹੈ ਉਹ ਖੜਾ ਵਿਚਾਰਾ, ਉਸਦਾ ਹੈਡ ਨੀਵਾਂ ਹੈ, ਤੇ ਉਸਦੇ ਅੰਦਰ ਗਰੀਫ ਹੈ, ਦੁੱਖ ਨਾਲ ਭਰਿਆ ਹੋਇਆ ਹੈ, ਤੇ ਥੋੜੀ ਉਹਨੂੰ ਆਪਣੀ ਇੱਜ਼ਤ ਦਾ ਵੀ ਖਿਆਲ ਹੋ ਰਿਹਾ। ਤਾਂ ਹੁਣ ਜਿਹੜੀ ਉਹ ਹਵਨ ਜਿਹੜਾ ਲਾਇਆ ਹੋਇਆ ਉਹ ਅੱਗ ਬਲ ਰਹੀ ਹੈ, ਉਹ ਹੌਲੀ ਹੌਲੀ ਬੁੱਝ ਜਾਂਦੀ ਹੈ। ਐਵਰੀਵਨ ਵਾਸ ਗੋਨ, ਸਾਰੇ ਚਲੇ ਜਾਂਦੇ ਨੇ। ਰਾਮ ਲਾਲ ਟਰਨ ਟੂ ਭੋਲੀ। ਹੁਣ ਰਾਮ ਲਾਲ ਜਿਹੜਾ ਹੈ ਉਹ ਭੋਲੀ ਕੋਲ ਆਂਦਾ ਹੈ ਕਿ ਵਟ ਅਬਾਊਟ ਯੂ, ਕਹਿੰਦੇ ਚਲ ਠੀਕ ਹੈ, ਨੋ, ਪਰ ਹੁਣ ਤੇਰਾ ਕੀ ਹੋਊਗਾ? ਨੋ ਵਨ ਵਿਲ ਮੈਰੀ ਯੂ ਨਾਓ, ਤੇਰੇ ਨਾਲ ਕਿਸ ਨੇ ਵਿਆਹ ਨਹੀਂ ਕਰਨਾ, ਮੈਂ ਹੁਣ ਤੇਰਾ ਕੀ ਕਰਾਂਗਾ ਨਾ। ਹੁਣ ਦੇਖੋ ਤੁਸੀਂ, ਭੋਲੀ ਭੋਲੀ ਨਹੀਂ ਰਹੀ, ਸੁਲੇਖਾ ਬਣ ਗਈ। ਸੁਲੇਖਾ ਬਣ ਗਿਆ, ਤੇ ਭੋਲੀ ਸ਼ਬਦ ਨਹੀਂ ਪਾਇਆ ਰਾਈਟਰ ਨੇ, ਬਿਕੋਜ਼ ਉਹਨੂੰ ਭੋਲੀ ਨਹੀਂ ਰਹੀ, ਸ਼ੀ ਇਜ਼ ਨੋਟ ਅ ਸਿੰਪਲੇਟਨ। ਹੁਣ ਉਹ ਡਫਰ ਨਹੀਂ ਰਹੀ, ਉਹਨੂੰ ਅਕਲ ਆ ਗਈ, ਉਹਨੂੰ ਜਿਵੇਂ ਉਹਨੂੰ ਕਿਹਾ ਜਾਂਦਾ ਸੀ ਕਿ ਉਹਦਾ ਪਤਾ ਹੀ ਕੁਛ ਨਹੀਂ, ਉਹਦਾ ਸਮੇਂ ਦਾ ਸੋਝੀ ਉਹ ਕੁਛ ਨਹੀਂ, ਤਾਂ ਹੁਣ ਉਹ ਚੀਜ਼ ਨਹੀਂ ਰਹੀ, ਹੁਣ ਸੁਲੇਖਾ ਬਣ ਗਈ। ਤੇ ਉਹ ਕਹਿੰਦੀ ਹੈ ਬੜੇ ਪਿਆਰ ਨਾਲ, ਡੋਂਟ ਵਰੀ ਪਿਤਾ ਜੀ, ਪਿਤਾ ਜੀ ਤੁਸੀਂ ਨਾ ਚਿੰਤਾ ਕਰੋ, ਇਨ ਅਵਰ ਓਲਡ ਏਜ, ਇਨ ਯੂਅਰ ਓਲਡ ਏਜ, ਮੈਂ ਜਦੋਂ ਤੁਸੀਂ ਬਜ਼ੁਰਗ ਹੋ ਜਾਓਗੇ, ਮੈਂ ਤੁਹਾਡੀ ਤੇ ਮਾਤਾ ਜੀ ਦੀ ਸੇਵਾ ਕਰਾਂਗੀ, ਅਤੇ ਮੈਂ ਉਸੇ ਸਕੂਲ 'ਚ ਪੜ੍ਹਾਉਂਗੀ ਜਿਸ ਤੋਂ ਮੈंने ਇੰਨਾ ਕੁਛ ਸਿੱਖਿਆ ਹੈ। ਇਜ਼ਨਟ ਦੈਟ ਰਾਈਟ ਮੈਮ, ਮੈਡਮ ਮੈਂ ਠੀਕ ਹਾਂ ਨਾ? ਤਾਂ ਉਹ ਕਿਹਨੂੰ ਮੈਡਮ, ਕਿਸ ਮੈਡਮ ਨੂੰ ਦੀ ਗੱਲ ਕਰ ਰਹੀ ਹੈ? ਉਸੇ ਟੀਚਰ ਦੀ, ਬਿਕੋਜ਼ ਉਹ ਟੀਚਰ ਜਿਸ ਨੇ ਸਾਰੀ ਭੋਲੀ ਦੇ ਵਿੱਚ ਬਦਲਾਵ ਲੈ ਕੇ ਆਈ ਹੈ, ਜੋ ਭੋਲੀ ਨੂੰ ਟਰਾਂਸਫਾਰਮ ਜਿਸ ਨੇ ਕੀਤਾ ਹੈ, ਜਿਸ ਨੇ ਭੋਲੀ ਨੂੰ ਸੁਲੇਖਾ ਬਣਾਤਾ, ਉਹ ਟੀਚਰ ਵੀ ਉੱਥੇ ਹੀ ਖੜੀ ਹੈ। ਉਸਨੂੰ ਹੁਣ ਭੋਲੀ ਪੁੱਛ ਰਹੀ ਹੈ ਕਿ ਮੈਡਮ ਮੈਂ ਠੀਕ ਹਾਂ, ਟੀਚਰ ਮੈਂ ਠੀਕ ਹਾਂ? The teacher had all long stood in a corner. ਟੀਚਰ ਨੇ ਸਾਰੀ ਗੱਲ ਦੇਖੀ ਹੈ, ਵਿਆਹ ਚੋਂ ਆ ਗਈ ਸੀਗੀ ਉਹ ਟੀਚਰ ਨੇ, ਇਹ ਸਾਰਾ ਵਰਤਾਰਾ ਦੇਖਿਆ ਜੋ ਹੋਇਆ ਹੈ, ਵਾਚਿੰਗ ਦਾ ਡਰਾਮਾ, ਜੋ ਵੀ ਡਰਾਮਾ ਹੋਇਆ। ਯੈਸ ਪੋਲੀ, ਆਫ ਕੋਰਸ, ਪੋਲੀ ਹਾਂ ਬਿਲਕੁਲ, ਸ਼ੀ ਰਿਪਲਾਈਡ, ਉਸਨੇ ਕਿਹਾ, ਐਂਡ ਇਨ ਹਰ ਸਮਾਈਲਿੰਗ ਆਈਜ਼ ਵਾਜ਼ ਦੀ ਲਾਈਟ ਆਫ ਆ deep satisfaction that an artist feels when he contemplates the completion of his masterpiece। ਇਹ ਲਾਈਨ ਦੇਖੋ, ਬਹੁਤ ਹੀ ਵਧੀਆ ਲਾਈਨ ਹੈ। ਇਸ ਲਾਈਨ ਦੇ ਵਿੱਚ ਉਸ ਟੀਚਰ ਦੀਆਂ ਭਾਵਨਾਵਾਂ ਨੇ। ਹੁਣ ਉਸ ਟੀਚਰ ਦੀਆਂ ਜਿਹੜੀਆਂ ਸਮਾਈਲਿੰਗ ਆਈਜ਼ ਨੇ, ਠੀਕ ਹੈ, ਉਹਦੇ ਵਿੱਚ ਇੱਕ ਤਰ੍ਹਾਂ ਦੀ ਡੀਪ ਸੈਟਿਸਫੈਕਸ਼ਨ ਹੈ ਨਾ। ਡੀਪ ਸੈਟਿਸਫੈਕਸ਼ਨ ਦਾ ਮਤਲਬ ਉਸਨੂੰ ਕੋਈ ਸੰਤੁਸ਼ਟੀ ਹੈ, ਕਿਉਂਕਿ ਉਸਨੇ ਕੁਝ ਸੋਚਿਆ ਸੀ। ਜਦੋਂ ਭੋਲੀ ਫਸਟ ਟਾਈਮ ਉਸ ਸਕੂਲ 'ਚ ਆਈ ਸੀ, ਤਾਂ ਉਸ ਟੀਚਰ ਨੇ ਕੁਝ ਸੋਚਿਆ ਹੋਣਾ ਕਿ ਮੈਂ ਇਸ ਲੜਕੀ ਨੂੰ ਐਦਾਂ ਦੀ ਬਣਾਵਾਂਗੀ, ਤੇ ਉਹ ਲੜਕੀ ਉੱਦਾਂ ਦੀ ਬਣ ਗਈ। ਤੇ ਹੁਣ ਉਸ ਆਰਟਿਸਟ ਦੇ ਅੰਦਰ ਉਹ, ਕਿਉਂਕਿ ਉਹ ਮਾਸਟਰਪੀਸ ਤਿਆਰ ਹੋ ਗਿਆ। ਮਾਸਟਰਪੀਸ ਦਾ ਮਤਲਬ ਹੁੰਦਾ ਬੇਟਾ, ਜਦੋਂ ਕੋਈ ਸਪੋਜ਼ ਕਰੋ ਆਰਟਿਸਟ, ਜਿਵੇਂ ਕੋਈ ਪੇਂਟਰ ਹੋਵੇ ਨਾ, ਪੇਂਟਰ ਇੱਕ ਪੇਂਟਿੰਗ ਬਣਾਉਂਦਾ, ਉਹਦੇ ਮਾਈਂਡ 'ਚ ਹੁੰਦਾ ਕਿ ਮੈਨੇ ਇੱਕ ਬਹੁਤ ਹੀ ਵਧੀਆ ਆਪਣਾ ਪੇਂਟਿੰਗ ਬਣਾਉਣੀ ਹੈ, ਮੇਰਾ ਉਹ ਪੇਂਟਿੰਗ ਮਾਸਟਰਪੀਸ ਹੋਏਗੀ। ਤਾਂ ਹੁਣ ਉਸ ਟੀਚਰ ਲਈ ਭੋਲੀ ਕੀ ਹੈ? ਮਾਸਟਰਪੀਸ ਹੈ, ਬਿਕੋਜ਼ ਉਸਨੇ ਸੋਚਿਆ ਸੀਗਾ ਕਿ ਮੈਂ ਆਪਣੀ ਇਸ ਲੜਕੀ ਨੂੰ, ਜਿਸਨੂੰ ਬੋਲਣਾ ਹੀ ਨਹੀਂ ਆਉਂਦਾ, ਜਿਸਨੂੰ ਪਤਾ ਹੀ ਨਹੀਂ ਮੈਂ ਬੋਲਣਾ ਕੀ ਹੈ, ਜਿਸਨੂੰ ਇਹ ਕਿਹਾ ਜਾਂਦਾ ਹੈ ਕਿ ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨੇ ਸੋਚਣਾ ਕੀ ਹੈ ਜਾਂ ਬੋਲਣਾ ਕੀ ਹੈ, ਉਹ ਉਸਨੂੰ ਬਿਲਕੁਲ ਇੱਕ ਵਧੀਆ ਇਨਸਾਨ ਬਣਾਉਂਗੀ, ਜੋ ਆਪਣਾ ਚੰਗਾ ਬੁਰਾ ਸੋਚ ਸਕਦੀ ਹੈ। ਤੇ ਅੱਜ ਉਹ ਬਿਲਕੁਲ ਬਣ ਕੇ ਉਸ ਟੀਚਰ ਦੇ ਸਾਹਮਣੇ ਉਹ ਲੜਕੀ ਖੜੀ ਹੈ, ਤਾਂ ਉਸ ਟੀਚਰ ਨੂੰ ਕਿੰਨੀ ਜ਼ਿਆਦਾ ਸੈਟਿਸਫੈਕਸ਼ਨ ਮਹਿਸੂਸ ਹੁੰਦੀ ਹੈ, ਤੇ ਉਹ ਸੋਚਦਾ ਹੈ ਕਿ ਮੇਰਾ ਹੁਣ ਮਾਸਟਰਪੀਸ ਅੱਜ ਤਿਆਰ ਹੋ ਗਿਆ। ਤਾਂ ਬੱਚਿਓ, ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਏਗੀ।
ਇਸ ਕਹਾਣੀ ਨੂੰ ਤੁਸੀਂ ਸਟੋਰੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਣਾ ਹੈ। ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਸ ਸਟੋਰੀ ਨੂੰ ਸਮਝਾਉਣ ਦੀ। ਤੇ ਜੇਕਰ ਫਿਰ ਵੀ ਤੁਹਾਡੇ ਕੋਈ ਡਾਊਟਸ ਰਹਿ ਜਾਂਦੇ ਹਨ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਤੁਸੀਂ ਐਜ਼ ਅ ਹੋਮਵਰਕ ਤੁਹਾਨੂੰ ਮੈਂ ਗਲੋਸਰੀ ਦੇ ਕੁਝ ਵਰਡਸ ਦੇ ਰਿਹਾ ਹਾਂ। ਗਲੋਸਰੀ ਹੈ, ਇਸ ਦੇ ਵਿੱਚ 8 ਵਰਡਸ ਹਨ ਇੱਥੇ ਤੱਕ। ਇਹਨਾਂ ਦੇ ਸਾਰਾਂ ਦੇ ਮੈਂ ਮਤਲਬ ਜਿਹੜੇ ਹੈਗੇ ਤੁਹਾਨੂੰ ਆਲਮੋਸਟ ਮੈਂ ਜਦੋਂ ਚੈਪਟਰ ਮੈਂ ਸ਼ੁਰੂ ਕੀਤਾ ਸੀ ਉਸ ਤੋਂ ਹੁਣ ਤੱਕ ਮੈਂ ਤੁਹਾਨੂੰ ਦੱਸੇ ਹਨ। ਤਾਂ ਤੁਸੀਂ ਇਸ ਗਲੋਸਰੀ ਨੂੰ ਆਪਣੀਆਂ ਜਿਹੜੀਆਂ ਨੋਟਬੁੱਕਸ ਹੈ, ਪੱਕੀਆਂ ਪੱਕੀਆਂ ਕਾਪੀਆਂ, ਉਸ ਦੇ ਉੱਪਰ ਤੁਸੀਂ ਲਿਖਣਾ ਹੈ। ਤੁਸੀਂ 4 ਤਰੀਕੇ ਨਾਲ ਇਸ ਨੂੰ ਲਿਖਣਾ ਹੈ। ਸਭ ਤੋਂ ਪਹਿਲਾਂ ਤੁਸੀਂ ਸੀਰੀਅਲ ਨੰਬਰ ਪਾਓਗੇ, ਠੀਕ ਹੈ। ਫਿਰ ਤੁਸੀਂ ਵਰਡ ਇੰਗਲਿਸ਼ ਦੇ ਵਿੱਚ, ਫਿਰ ਉਸ ਦਾ ਮੀਨਿੰਗ ਇੰਗਲਿਸ਼ ਦੇ ਵਿੱਚ, ਲੇਕਿਨ ਤੁਸੀਂ ਬ੍ਰੈਕਟ ਦੇ ਵਿੱਚ ਉਸਦਾ ਪੰਜਾਬੀ 'ਚ ਮੀਨਿੰਗ ਵੀ ਪਾ ਸਕਦੇ ਹੋ। ਪੇਪਰ ਦੇ ਵਿੱਚ ਤੁਹਾਨੂੰ ਇੰਗਲਿਸ਼ ਟੂ ਇੰਗਲਿਸ਼ ਮੀਨਿੰਗ ਹੀ ਪੁੱਛੇ ਜਾਂਦੇ ਨੇ, ਇਸ ਕਰਕੇ ਤੁਸੀਂ ਆਪਣੀ ਸਮਝ ਦੇ ਲਈ ਬ੍ਰੈਕਟ ਦੇ ਵਿੱਚ ਮੀਨਿੰਗ ਵਾਲੀ ਜਗ੍ਹਾ 'ਤੇ ਜਿੱਥੇ ਤੁਸੀਂ ਇੰਗਲਿਸ਼ ਮੀਨਿੰਗ ਆਹ ਵਾਲਾ ਲਿਖੋਗੇ, ਆਹ ਵਾਲਾ ਮੀਨਿੰਗ ਲਿਖੋਗੇ, ਤਾਂ ਇਸ ਦੇ ਬ੍ਰੈਕਟ ਦੇ ਵਿੱਚ ਤੁਸੀਂ ਪੰਜਾਬੀ ਲਿਖ। ਮੈਂ ਤੁਹਾਨੂੰ ਇੱਕ ਚੀਜ਼ ਕਰਕੇ ਦਿਖਾਉਂਦਾ, ਜਿਵੇਂ ਕਿ ਸਟੈਮਰਡ ਹੈ, ਤਾਂ ਸਟੈਮਰਡ ਤੋਂ ਤੁਹਾਡਾ ਇੱਥੇ ਸੀਰੀਅਲ ਨੰਬਰ ਆ ਗਿਆ, ਇਹ ਤੁਹਾਡਾ ਵਰਡ ਆ ਗਿਆ, ਇਹ ਤੁਹਾਡਾ ਮੀਨਿੰਗ ਆ ਗਿਆ। ਤਾਂ ਤੁਸੀਂ ਇੱਥੇ ਬ੍ਰੈਕਟ ਦੇ ਵਿੱਚ ਜਦੋਂ ਨੋਟਬੁੱਕ ਪਾਓਗੇ ਤਾਂ ਤੁਸੀਂ ਇੱਥੇ ਲਿਖਣਾ ਹਕਲਾ ਕੇ ਬੋਲਣਾ। ਇਸ ਤਰ੍ਹਾਂ ਤੁਸੀਂ ਜਿਹੜਾ ਹੈ ਸੌਰੀ ਮੈਨੂੰ ਲਿਖਣ 'ਚ ਥੋੜ੍ਹੀ ਜਿਹੀ ਦਿੱਕਤ ਆ ਜਾਂਦੀ ਹੈ, ਕੰਪਿਊਟਰ 'ਤੇ ਲਿਖਣਾ ਔਖਾ ਹੀ ਹੁੰਦਾ। ਅਤੇ ਇਸ ਤਰ੍ਹਾਂ ਤੁਸੀਂ ਆਪਣਾ ਬਣਾ ਦੇਣਾ ਹੈ, ਤੁਹਾਡੀ ਗਲੋਸਰੀ ਬਣਾ ਦੇਣੀ ਹੈ। ਅਤੇ ਫਿਰ ਇਸ ਦੀਆਂ ਮੈਨੂੰ ਤੁਸੀਂ ਪਿਕਸ ਭੇਜਣੀਆਂ ਨੇ ਕਿ ਅਸੀਂ ਇਹ ਕੰਮ ਕੀਤਾ। ਇਸ ਤੋਂ ਇਲਾਵਾ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਚੈਪਟਰ ਦੇ ਵਿੱਚ ਕੁਝ ਐਸੇ ਵਰਡਸ ਆਏ ਨੇ, ਸੌਰੀ ਸੈਂਟੈਂਸਿਸ ਆਏ ਨੇ, ਜੋ ਤੁਸੀਂ ਰੋਜ਼ਮर्रा ਦੀ ਆਪਣੀ ਲੈਂਗੁਏਜ ਦੇ ਵਿੱਚ ਜਾਂ ਪੰਜਾਬੀ 'ਚ ਜੋ ਇਸਤੇਮਾਲ ਕਰ ਸਕਦੇ ਹੋ। ਮੈਂ ਤੁਹਾਨੂੰ ਕੁਛ ਉਸਦੇ ਮੈਂ ਤੁਹਾਨੂੰ ਐਗਜ਼ਾਮਪਲਸ ਵੀ ਮੈਂ ਚੈਪਟਰ ਸਮਝਾਉਂਦੇ ਹੋਏ ਦੱਸੇ ਸੀ। ਤਾਂ ਉਸ ਤਰ੍ਹਾਂ ਦੇ ਤੁਸੀਂ 5 ਸੈਂਟੈਂਸਿਸ ਇਸ ਚੈਪਟਰ ਦੇ ਵਿੱਚੋਂ ਚੂਜ਼ ਕਰਨੇ ਨੇ। 5 ਟੋਟਲ ਤੁਸੀਂ 5 ਸੈਂਟੈਂਸਿਸ ਚੂਜ਼ ਕਰਨੇ ਨੇ। ਅਤੇ ਉਹ ਜਿਹੜੇ 5 ਸੈਂਟੈਂਸਿਸ ਤੁਸੀਂ ਚੂਜ਼ ਕਰੋਗੇ, ਉਹ ਵੀ ਤੁਸੀਂ ਇੱਕ ਤਰ੍ਹਾਂ ਦੇ ਤੁਹਾਡੇ ਕਮਿਊਨੀਕੇਸ਼ਨ ਸਕਿੱਲ ਦੇ ਲਈ, ਤੁਹਾਨੂੰ ਇੰਗਲਿਸ਼ ਬੋਲਣ ਦੇ ਲਈ ਤੁਹਾਨੂੰ ਉਹ ਮਤਲਬ ਕਿ ਐਨਕਰੇਜ ਕਰਨਗੇ, ਤੁਹਾਨੂੰ ਗਾਈਡ ਕਰਨਗੇ। ਤਾਂ ਤੁਸੀਂ ਉਹ 5 ਸੈਂਟੈਂਸਿਸ ਵੀ ਲਿਖਣੇ ਨੇ ਅਤੇ ਤੁਸੀਂ ਉਹ ਸਾਰੇ ਸੈਂਟੈਂਸਿਸ ਲਿਖ ਕੇ ਮੈਨੂੰ ਉਹਦੀਆਂ ਵੀ ਪਿਕਸ ਭੇਜਣੀਆਂ ਨੇ। ਤਾਂ ਉਮੀਦ ਕਰਦਾ ਬੱਚਿਓ ਤੁਹਾਨੂੰ ਅੱਜ ਦਾ ਚੈਪਟਰ ਪਸੰਦ ਆਇਆ ਹੋਵੇਗਾ। ਭੋਲੀ ਦੀ ਸਾਰੀ ਸਟੋਰੀ ਪਸੰਦ ਆਈ ਹੋਏਗੀ। ਭੋਲੀ ਦਾ ਮੈਂ ਤੁਹਾਨੂੰ ਆਲਰੇਡੀ ਇਸਦਾ ਵੱਡਾ ਕੁਐਸਚਨ ਤੁਹਾਨੂੰ ਮੈਂ ਭੇਜ ਦੇਵਾਂਗਾ। ਪਹਿਲਾਂ ਤਾਂ ਨਹੀਂ ਭੇਜਿਆ, ਚਲੋ ਮੈਂ ਹੁਣ ਭੇਜ ਦੇਵਾਂਗਾ ਇਸ ਨੂੰ ਲਿਖ ਕੇ, ਅਤੇ ਆਪਾਂ ਉਸ ਨੂੰ ਵੀ ਡਿਸਕਸ ਕਰਾਂਗੇ। ਅਤੇ ਇਸਦੇ ਜੋ ਛੋਟੇ ਕੁਐਸਚਨਸ ਨੇ ਉਹ ਵੀ ਆਪਾਂ ਅਗਲੇ ਲੈਸਨ ਦੇ ਵਿੱਚ ਡਿਸਕਸ ਕਰਾਂਗੇ। ਤਦ ਦੇ ਲਈ ਆਪਣਾ ਧਿਆਨ ਰੱਖੋ ਅਤੇ ਆਪਣਾ ਪੜ੍ਹਦੇ ਰਹੋ। ਥੈਂਕਸ।